ਗੁਰਦੁਆਰਿਆਂ ਬਾਰੇ ਲਾਈਕ ਸੋਚਿਆ ਪਹਿਲੀ ਵਾਰੀ ਜ਼ਿੰਦਗੀ 'ਚ ਵੀ ਅਸੀਂ ਐਕਚੁਅਲੀ ਕੀ ਬਣਾ ਸਕਦੇ ਹਾਂ, ਵੀ ਐਕਚੁਅਲੀ ਸਾਡੇ ਗੁਰਦੁਆਰੇ ਆਪਾਂ ਬਿਲੋਂਗ ਕਰਦੇ ਹਾਂ ਐਜ਼ ਅ ਯੂਥ, ਹੈ ਨਾ। ਤੇ ਮੈਨੂੰ ਇਦਾਂ ਮਹਿਸੂਸ ਹੁੰਦਾ ਸੀ ਉਦੋਂ ਬਈ ਮੈਂ ਆਪਣੀ ਆਤਮਾ ਰੋਜ਼ ਵੇਚ ਰਿਹਾ। ਛੋਟਾ ਛੋਟਾ ਮਨ ਚ ਰਹਿੰਦਾ ਸੀ ਵਿਚਾਰ, ਮਨ ਚ ਰਹਿੰਦਾ ਹੁੰਦਾ ਸੀ। ਮੈਂ ਅਰਦਾਸ ਉਦੋਂ ਮੈਨੂੰ ਚੇਤਾ ਕਰਦਾ ਹੁੰਦਾ ਸੀ ਬਈ ਗੁਰੂ ਸਾਹਿਬ ਜੀ ਮੈਨੂੰ ਕੋਈ ਹੋਰ ਰਾਹ ਦਿਖਾਇਓ, ਹਨਾ। ਅੱਛਾ। ਤੇ ਵੀ ਉਸ ਵੇਲੇ ਮੈਂ ਇੰਨਾ ਸਿੱਖੀ ਨਾਲ ਜੁੜਿਆ ਨਹੀਂ ਸੀ, ਮੈਂ ਵੀ ਮੇਰੇ ਫੈਮਿਲੀ ਅੰਮ੍ਰਿਤਧਾਰੀ ਸੀਗੇ, ਪਰ ਮੈਂ ਆਪਣਾ ਦਾੜਾ ਕੱਟਦਾ ਹੁੰਦਾ ਸੀ ਉਦੋਂ। ਅੱਛਾ। ਤੇ 2019 ਦੇ ਵਿੱਚ ਮੈਨੂੰ ਚੇਤਾ ਇੱਥੇ ਸਾਡੇ ਹੋਮ ਟਾਊਨ ਲਿਵਿੰਗਸਟਨ ਦੇ ਵਿੱਚ ਇੱਕ ਪੰਜਾਬੀ ਕਲਾਸਾਂ ਚੱਲ ਰਹੀਆਂ ਸੀ ਹਾਈ ਸਕੂਲੇ, 1 2 ਤੇ ਐਡਵਾਂਸਡ ਪੰਜਾਬੀ ਵੀ। ਠੀਕ ਹੈ। ਤੇ ਉੱਥੇ ਉਹ ਸਕੂਲ ਨੇ ਕੈਂਸਲ ਕਰਨੀਆਂ ਸੀ, ਬਹੁਤ ਮਤਲਬ ਰੌਲਾ ਪਿਆ ਸੀ। ਉਹਨੇ ਦੱਸਿਆ ਵੀ ਨਹੀਂ ਸੀ ਕਿਸੇ ਨੂੰ। ਉਹਦੀ ਬੱਚਿਆਂ ਨੇ ਜਦੋਂ ਅਗਲੇ ਸਾਲ ਲਈ ਸਾਈਨ ਅਪ ਕਰਨਾ ਸੀ ਕਲਾਸਾਂ ਲਈ, ਉਦੋਂ ਪਤਾ ਲੱਗਾ ਇਹਨਾਂ ਨੂੰ ਮਈ ਦੇ ਬੰਦ ਕਰਤੀਆਂ। ਸਾਡਾ ਮੇਅਰ ਵੀ ਉਸ ਵੇਲੇ ਪੰਜਾਬੀ ਸੀਗਾ, ਸਾਡਾ ਸਿਟੀ ਕਾਉਂਸਲ ਮੈਂਬਰ ਵੀ ਇੱਕ ਪੰਜਾਬੀ ਸੀਗਾ। ਤੇ ਮੇਰੇ ਮਨ 'ਚ ਮਹਿਸੂਸ ਹੋਇਆ ਵੀ ਜੇ ਸਾਡਾ ਇਸ ਸ਼ਹਿਰ ਦੇ ਵਿੱਚ ਇਹ ਹੋ ਸਕਦਾ, ਮੇਅਰ ਵੀ ਪੰਜਾਬੀ ਆ, ਸਿਟੀ ਕਾਉਂਸਲ ਵਾਲੇ ਵੀ ਪੰਜਾਬੀ ਆ, ਫਿਰ ਵੀ ਉਹਨੇ ਕੈਂਸਲ ਕਰਨੀਆਂ ਪੰਜਾਬੀ ਕਲਾਸਾਂ ਸਕੂਲੇ। ਬਹੁਤ ਵੱਡਾ ਇਸ਼ੂ ਬਣ ਗਿਆ ਵੀ, ਬਹੁਤ ਵੱਡਾ ਵੀ ਕਿਤੇ ਨਾ ਕਿਤੇ ਜੇ ਪੰਜਾਬੀ ਆ ਤੇ ਉਹਨੂੰ ਜੇ ਖੂੰਜੇ ਲਾਇਆ ਜਾ ਰਿਹਾ ਤੇ ਵਧੀਆ ਗੱਲ। ਬਿਲਕੁਲ। ਤੇ ਉਸ ਵੇਲੇ ਫਿਰ ਮੈਨੂੰ ਚੇਤਾ ਵੀ ਸਕੂਲ ਬੋਰਡ ਵਾਲਿਆਂ ਨੇ ਜਦੋਂ ਹੀ ਮੀਟਿੰਗ ਸ਼ੁਰੂ ਹੋਈ ਉਦੋਂ ਹੀ ਉਹਨੇ ਕਹਿਤਾ ਵੀ ਨਹੀਂ ਜੀ ਅਸੀਂ ਹੁਣ ਕੈਂਸਲ ਹੀ ਕਰਨੀ ਆ। ਉਹਨਾਂ ਨੂੰ ਪਤਾ ਲੱਗ ਗਿਆ ਸੀ ਭਾਵਨਾ ਦਾ। ਪਹਿਲਾਂ ਉਹਨਾਂ ਨੂੰ ਵੀ ਨਹੀਂ ਪਤਾ ਸੀ ਇਹ ਗੱਲ ਦਾ ਵੀ ਇੰਨੇ ਜਾਣੇ ਆ, ਕਿਉਂਕਿ ਉਹ ਸਕੂਲ ਵਾਲੇ ਪ੍ਰਿੰਸੀਪਲ ਜਿਹੜੇ ਉਹਨਾਂ ਦੀ ਚਾਲ ਸੀ। ਇਹ ਸਕੂਲ ਬੋਰਡ ਵਾਲਿਆਂ ਨੂੰ ਵੀ ਨਹੀਂ ਪਤਾ ਸੀ ਵੀ ਇਹ ਹੋ ਰਿਹਾ ਆ। ਉਦੋਂ ਹੀ ਮੇਰੇ ਮਨ 'ਚ ਗੱਲ ਇਹ ਆ ਗਈ ਵੀ ਜੇ 2 ਹਫ਼ਤਿਆਂ ਦਾ ਕੰਮ ਇਹ ਕੁਝ ਕਰ ਸਕਦਾ, ਜੇ ਤੁਸੀਂ ਸਾਰੀ ਜ਼ਿੰਦਗੀ ਲਾਓ ਇਸ ਕੰਮ ਨੂੰ, ਫਿਰ ਕੀ ਹੋ ਸਕਦਾ। ਥੈਂਕਸ ਮਿਲਦਾ, ਮਹਿਸੂਸ ਹੁੰਦਾ ਬਈ ਗੁਰੂ ਸਾਹਿਬ ਧੰਨਵਾਦ, ਇਹ ਸੇਵਾ ਤੁਸੀਂ ਸਾਨੂੰ ਦਿੱਤੀ ਆ। ਕਿਉਂਕਿ ਕਰਦੇ ਤਾਂ ਗੁਰੂ ਸਾਹਿਬ ਹੀ ਸਾਰਾ ਕੁਛ ਹੈ ਨਾ, ਅਸੀਂ ਤਾਂ ਬਸ ਇੱਕ ਪਲੇਟਫਾਰਮ ਹੀ ਸਮਝ ਲਓ, ਜਾਂ ਇੱਕ ਕਾਰ ਜੀ, ਅਸੀਂ ਕਾਰ ਚਲਾ ਰਹੇ ਹਾਂ ਜਿੱਦਾਂ ਸਮਝੋ, ਹਨਾ। ਪਰ ਇਸ਼ਾਵਾਂ ਹੁੰਦੀਆਂ ਉਹਨਾਂ ਨੇ ਸੰਗਤ ਦਾ ਇੱਕ ਬਹੁਤ ਵੱਡਾ ਹੁੰਦਾ ਆ ਵੀ ਸੰਗਤ ਨਾਲ ਜੁੜਨਾ, ਵੀ ਅਸੀਂ ਪਹਿਚਾਣ ਬਣਾਉਣੀ ਆਪਣੇ ਕੈਂਪਸ ਤੇ। ਮਿਸ ਕਰਦੇ ਉਹ ਚੀਜ਼, ਬਹੁਤ ਚੀਜ਼ ਮਿਸ ਕਰਦੇ ਬੱਚੇ, ਪਰ ਉਹਨਾਂ ਨੂੰ ਕੋਈ ਰਾਹ ਨਹੀਂ ਹੁੰਦਾ ਵੀ ਅਸੀਂ ਕਿੱਦਾਂ ਬਣਾਈਏ, ਕਿੱਦਾਂ ਜੁੜੀਏ, ਕਿੱਦਾਂ ਕੀ ਕਰੀਏ। ਬਹੁਤ ਸਾਡੇ ਪ੍ਰੋਗਰਾਮ ਜਿਹੜੇ ਸਾਨੂੰ ਇੰਗਲਿਸ਼ ਦੇ ਵਿੱਚ ਕਰਨੇ ਪੈਂਦੇ, ਕਈਆਂ ਨੂੰ ਪੰਜਾਬੀ ਨਹੀਂ ਬੋਲਣੀ ਆਉਂਦੀ, ਸੋ ਉਹਨਾਂ ਨੂੰ ਹੌਲੀ ਹੌਲੀ ਇੱਦਾਂ ਪੰਜਾਬੀ ਨਾਲ ਵੀ ਜੋੜਨਾ, ਇਹ ਵੀ ਬਹੁਤ ਵੱਡੀ ਸੇਵਾ ਗੁਰੂ ਸਾਹਿਬ ਨੇ ਬਖਸ਼ੀ ਆ ਆਪਾਂ ਨੂੰ ਵੀ ਆ, ਭਿਆਨਕ ਵੀ ਆ। ਜਿਹੜੀਆਂ ਸੇਵਾਵਾਂ ਸਰਕਾਰੀ ਤੌਰ ਤੇ ਮਿਲ ਰਹੀਆਂ ਉਹ ਘੱਟ ਵੀ ਹੋਣੀਆਂ ਬਹੁਤ ਜ਼ਿਆਦੀਆਂ। ਸੋ ਉਸ ਤਰ੍ਹਾਂ ਦੇ ਨਾਲ ਆਪਾਂ ਸੋਚ ਰਹੇ ਹਾਂ ਵੀ ਅਸੀਂ ਜਿਹੜੇ ਉਹ ਕਰੈਕ ਹੋਣੇ ਆ, ਬਣਨੇ ਆ, ਉਹ ਕਿੱਦਾਂ ਫਿਲ ਕਰ ਸਕਦੇ ਹਾਂ। ਠੀਕ ਹੈ। ਕਈਆਂ ਨੂੰ ਹੁਣ ਮੈਡੀਕਲ ਦੀ ਹੈਲਪ ਲੋੜ ਦੀ ਹੁੰਦੀ ਆ, ਪਤਾ ਨਹੀਂ ਕਿੱਦਾਂ ਸਾਈਨ ਅਪ ਕਰਨਾ, ਕਈਆਂ ਨੂੰ ਇਮੀਗ੍ਰੇਸ਼ਨ ਦਾ ਨਹੀਂ ਪਤਾ ਹੁੰਦਾ, ਕਈਆਂ ਨੂੰ ਜੌਬਾਂ ਦਾ ਨਹੀਂ ਪਤਾ ਕਿੱਦਾਂ ਅਪਲਾਈ ਕਰਨਾ, ਕਿਹੜੀਆਂ ਜੌਬਾਂ ਹੈਗੀਆਂ ਆ ਕਿੱਦਾਂ, ਹਨਾ। ਨਵੇਂ ਇਮੀਗ੍ਰੈਂਟ ਆਉਂਦੇ ਰਹਿੰਦੇ ਆ, ਆਪਣੇ ਜਿਹੜੇ ਇੱਥੇ ਵੀ ਰਹਿੰਦੇ ਬਜ਼ੁਰਗ ਤੁਸੀਂ ਲਾ ਲਓ 30-40 ਸਾਲ ਤੋਂ ਜਿਹੜੇ ਰਹਿ ਰਹੇ ਆ, ਜਿਨ੍ਹਾਂ ਨੇ ਮੇਬੀ ਨਹੀਂ ਸਿਟੀਜ਼ਨਸ਼ਿਪ ਲਈ ਅਪਲਾਈ ਕੀਤਾ ਹੋਣਾ, ਜਾਂ ਇੰਗਲਿਸ਼ ਨਹੀਂ ਵੀ ਆਉਂਦੀ, ਹੋਰ ਵੀ ਬਥੇਰੇ। ਸੋ ਆਉਂਦੇ ਤੁਹਾਡੇ ਹਫ਼ਤਿਆਂ ਦੇ ਕਿਹੜੇ ਪ੍ਰੋਗਰਾਮ ਆ ਰਹੇ ਆ? ਜੇ ਤੁਸੀਂ ਪੇਡ ਜੌਬ ਆ, ਹਾਂਜੀ ਨੇ ਪੇਡ ਜੌਬ ਤੇ ਹੈ ਹੀ, ਮਤਲਬ ਕੋਈ ਉਮਰ ਦਾ ਵੀ ਆ ਵੀ? ਹਾਂਜੀ, ਉਹ ਮੈਂ ਦੱਸ ਰਿਹਾ ਤੁਹਾਨੂੰ। ਠੀਕ ਹੈ। ਸੋ ਇੱਕ ਹੋਣੀ ਆ ਪੋਜੀਸ਼ਨ ਯੂਥ ਆਰਗੇਨਾਈਜ਼ਰ। ਠੀਕ ਹੈ। ਉਹਨਾਂ ਨੇ ਹੈਗਾ ਕੰਮ ਕਰਨਾ ਜਿਹੜੇ ਹਾਈ ਸਕੂਲ ਤੇ ਕਾਲਜਾਂ ਦੇ ਵਿੱਚ ਆਪਣੇ ਕਲੱਬ ਬਣੇ ਹੋਆ, ਸੋ ਉਹਦੇ ਲਈ ਤੁਹਾਨੂੰ ਇੰਗਲਿਸ਼ ਦੀ ਪਹੁੰਚ ਥੋੜੀ ਜ਼ਿਆਦਾ ਹੋਣੀ ਚਾਹੀਦੀ ਆ। ਕੰਪਿਊਟਰ ਨਾਲ ਕੰਮ ਕਰਨਾ, ਉਹ ਚੀਜ਼ਾਂ ਦੀ ਲੋੜ ਹੋਣੀ ਚਾਹੀਦੀ ਚੰਗੀ ਤਰ੍ਹਾਂ, ਹਨਾ। ਸੋ ਉਹ ਹੈਗੀਆਂ ਆ। ਇਹ ਟੈਂਪਰੇਰੀ ਜੌਬਸ ਨੇ? ਨਹੀਂ, ਇਹ ਫੁੱਲ ਟਾਈਮ ਜੌਬਾਂ ਹੋਣੀਆਂ ਜੀ। ਬੈਨੀਫਿਟ ਵੀ ਆ, ਮੈਡੀਕਲ ਵਿਜ਼ਨ, 401k, ਸਾਰਾ ਕੁਝ, ਮਤਲਬ ਪ੍ਰੋਪਰ ਆਪਾਂ ਆਰਗੇਨਾਈਜੇਸ਼ਨ ਬਣਾਈ ਹੋਆ ਹੈ ਨਾ। ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਹੋਰ ਵੀ ਚੱਲੀ ਜਾਊਗੀਆਂ ਸੇਵਾਵਾਂ। ਇਹ ਇੱਥੇ ਜਿਹੜੇ ਲੋਕਲ ਸਿਸਟਮ ਚੱਲਦੇ ਆ ਉਹਦਾ ਥੋੜੀ ਬਹੁਤੀ ਜਾਣਕਾਰੀ ਹੋਣੀ ਚਾਹੀਦੀ ਆ। ਸਿਟੀ ਕਾਉਂਸਲ ਹੋ ਗਏ, ਚੀਜ਼ਾਂ ਇਦਾਂ, ਹਨਾ। ਪੰਜਾਬੀ ਦੀ ਬੋਲਣੀ, ਲਿਖਣੀ, ਪੜ੍ਹਨੀ, ਉਹਦੀ ਲੋੜ ਹੋਣੀ ਆ। ਭਾਵੇਂ ਪਾਰਕਾਂ ਦੇ ਵਿੱਚ ਜਿਹੜੇ ਬੈਠੇ ਬਜ਼ੁਰਗ, ਭਾਵੇਂ ਪੇਰੈਂਟ ਟੀਚਰ ਕਾਉਂਸਲ ਹੁੰਦੇ ਜਿੱਦਾਂ, ਹਨਾ, ਉਹਨਾਂ ਦੇ ਨਾਲ ਕੰਮ ਕਰਨਾ ਆ, ਉਹ ਜੌਬ ਨੇ। ਸੋ ਉਹਦੇ ਵਿੱਚ ਤੁਹਾਨੂੰ ਅੰਗਰੇਜ਼ੀ ਪੰਜਾਬੀ ਦੋਨੋਂ ਦੀ ਚੀਜ਼, ਹਾਂਜੀ। ਪਰ ਇਹਦੇ ਲਈ ਦੋਨੀ ਜੌਬਾਂ ਲਈ ਮੇਨ ਚੀਜ਼ ਇਹ ਆ ਵੀ ਤੁਹਾਡੇ ਅੰਦਰ ਕੋਈ ਖਿੱਚ ਹੋਣੀ ਚਾਹੀਦੀ ਆ ਵੀ ਆਪਾਂ ਪੰਥ ਲਈ ਸੇਵਾ ਦੀ, ਹਨਾ। ਬਾਕੀ ਆਪਾਂ ਚੀਜ਼ਾਂ ਸਿਖਾ ਲਵਾਂਗੇ, ਪਰ ਪਹਿਲੀ ਚੀਜ਼ ਇਹ ਜਿਹੜੀ ਚੀਜ਼ ਅਸੀਂ ਨਹੀਂ ਸਿਖਾ ਸਕਦੇ, ਉਹ ਖਿੱਚ ਜਿਹੜੀ ਹੈਗੀ ਆ ਉਹ ਅੰਦਰੋਂ ਪੈਦਾ ਹੋਣੀ, ਆਵਾਜ਼ ਅੰਦਰੋਂ ਹੋਣੀ ਚਾਹੀਦੀ ਆ। ਹਾਂਜੀ, ਬਿਲਕੁਲ ਜੀ, ਬਿਲਕੁਲ। ਠੀਕ ਆ। ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਰਾਜਕਰਨਵੀਰ ਸਿੰਘ। ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ 'ਚ ਤੁਹਾਨੂੰ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਜਕਾਰਾ ਮੂਵਮੈਂਟ ਦੇ ਨਾਲ ਮਿਲ ਕੇ ਆਪਾਂ ਗੱਲਬਾਤ ਕਰ ਰਹੇ ਹਾਂ। ਇਹ ਵੀਕਲੀ ਪ੍ਰੋਗਰਾਮ, ਹਫ਼ਤਾਵਾਰੀ ਪ੍ਰੋਗਰਾਮ, ਇਹਨਾਂ ਦੇ ਦੁਆਰਾ ਜੋ ਵੱਖ-ਵੱਖ ਇਵੈਂਟਸ ਪੂਰੇ ਕੈਲੀਫੋਰਨੀਆ ਦੇ ਵਿੱਚ ਕੀਤੀਆਂ ਜਾ ਰਹੀਆਂ ਆ, ਉਸ ਬਾਰੇ ਆਪਾਂ ਜਾਣਕਾਰੀਆਂ ਇਹਨਾਂ ਦੇ ਨਾਲ ਉਹ ਸਾਡੇ ਨਾਲ ਆ ਕੇ ਸਾਂਝੀਆਂ ਕਰਦੇ ਹਾਂ। ਅੱਜ ਦੇ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਜਕਾਰਾ ਮੂਵਮੈਂਟ ਤੋਂ ਜੁੜ ਚੁੱਕੇ ਨੇ ਮਨਦੀਪ ਸਿੰਘ।
ਮਨਦੀਪ ਸਿੰਘ, ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਮਨਦੀਪ ਸਿੰਘ, ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਤੁਸੀਂ ਜਗਾਰਾ ਮੂਵਮੈਂਟ ਦੇ ਨਾਲ ਕਿੱਦਾਂ ਜੁੜੇ? ਜੀ ਆਪਾਂ ਜੀ ਆਏ ਸੀਗੇ ਪੰਜਾਬ ਤੋਂ 96 ਚ, ਤੇ ਇੱਥੇ ਕਿੰਨੀ ਉਮਰ ਦੇ ਸੀ? ਵਿੱਚ ਉਮਰ ਸੀਗੀ 10-11 ਸਾਲ ਸੀ ਉਦੋਂ। ਅੱਛਾ। ਤੇ ਫਿਰ ਜਦੋਂ ਕਾਲਜ ਸ਼ੁਰੂ ਕੀਤਾ ਸੀ ਉੱਥੇ UC ਡੇਵਿਸ ਇੱਕ ਕਾਨਫਰੰਸ ਬਾਰੇ ਸੁਣਿਆ ਸੀਗਾ, ਉਹਦਾ ਨਾਮ ਸੀ ਉਦੋਂ ਜਕਾਰਾ, ਤੇ 2005 ਦੇ ਵਿੱਚ ਇੱਥੇ ਫਰੈਜ਼ਨੋ ਸੀ ਉਹ, ਠੀਕ ਹੈ। ਤੇ ਉਦੋਂ ਇੱਥੇ ਆਏ ਸੀਗੇ ਤੇ ਉਹਦਾ ਟੌਪਿਕ ਸੀਗਾ ਉਦੋਂ ਗੁਰਦੁਆਰੇ, ਤੇ ਉਹ ਹਰੇਕ ਸਾਲ ਮਤਲਬ ਵੱਖਰਾ ਟੌਪਿਕ ਥੀਮ ਹੁੰਦਾ, ਤੇ ਸਾਰੀ ਪ੍ਰੋਗਰਾਮਿੰਗ ਵਗੈਰਾ ਉਹਦੇ ਟੌਪਿਕ ਦੇ ਆਲੇ ਦੁਆਲੇ ਹੁੰਦੀ। ਤੇ ਉਦੋਂ ਗੁਰਦੁਆਰਿਆਂ ਬਾਰੇ ਲਾਈਕ ਸੋਚਿਆ ਪਹਿਲੀ ਵਾਰੀ ਜ਼ਿੰਦਗੀ 'ਚ ਵੀ ਅਸੀਂ ਐਕਚੁਅਲੀ ਕੀ ਬਣਾ ਸਕਦੇ ਹਾਂ, ਵੀ ਐਕਚੁਅਲੀ ਸਾਡੇ ਗੁਰਦੁਆਰੇ ਆਪਾਂ ਬਿਲੋਂਗ ਕਰਦੇ ਹਾਂ ਐਜ਼ ਅ ਯੂਥ, ਹੈ ਨਾ। ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਸੋਚਣਾ, ਕੀ ਸੇਵਾਵਾਂ ਹੋਣੀਆਂ ਚਾਹੀਦੀਆਂ, ਇੱਦਾਂ ਦੀਆਂ ਚੀਜ਼ਾਂ ਵੀ ਕਮਿਊਨਿਟੀ ਲਈ ਕੀ ਫਾਇਦਾ ਹੋ ਸਕਦਾ, ਕਿੱਦਾਂ ਯੂਥ ਨੂੰ ਜੋੜਨਾ ਗੁਰਦੁਆਰੇ, ਉਹ ਚੀਜ਼ ਮਤਲਬ ਉਸ ਵੇਲੇ ਇੱਕ ਸੀਡ ਜੀ ਪਾਤੀ ਸੀ ਦਿਮਾਗ ਦੇ ਵਿੱਚ ਉਸ ਚੀਜ਼ ਨੇ, ਕਾਨਫਰੰਸ ਨੇ। ਪਹਿਲੇ ਹੀ ਸੋਚਿਆ ਗੁਰਦੁਆਰੇ ਦੇ ਬਾਬਤ ਇਸ ਤਰੀਕੇ ਨਾਲ? ਕਿਉਂਕਿ ਛੋਟੀ ਉਮਰ ਦੇ ਵਿੱਚ ਜੀ ਜਦੋਂ ਜਾਈਦਾ ਹੁੰਦਾ ਪੇਰੈਂਟਸ ਦੇ ਨਾਲ ਜਾਈਦਾ ਆ, ਉੱਥੇ ਨਿਆਣਿਆਂ ਨਾਲ ਬਾਹਰ ਖੇਡਣ ਲੱਗ ਪਈਦਾ ਹੁੰਦਾ, ਸੇਵਾ ਵੀ ਕਰ ਲੈਣੀ, ਖੇਡ ਵੀ ਲੈਣਾ, ਸਭ ਕੁਝ ਕਰ ਲੈਣਾ। ਅੰਦਰ ਬਹਿਣਾ ਉਸ ਉਮਰ ਦੇ ਵਿੱਚ ਔਖਾ ਹੁੰਦਾ ਹੈ ਨਾ, ਛੋਟੀ ਉਮਰ ਦੇ ਵਿੱਚ। ਇਹ ਤਾਂ ਹੈ। ਸੋ ਉਸ ਵੇਲੇ ਇਦਾਂ ਕਦੀ ਸੋਚਿਆ ਨਹੀਂ ਸੀ ਵੀ ਇਹ ਸਥਾਨ ਐਕਚੁਅਲੀ ਹੈ ਕੀ ਆ, ਮਤਲਬ ਕੀ ਹੈ, ਪੁਰਾਣੇ ਸਮਿਆਂ 'ਚ ਕੀ ਹੁੰਦਾ ਸੀ, ਅੱਜ ਕੀ ਆ, ਅੱਗੇ ਕੀ ਹੋ ਸਕਦਾ। ਕਈ ਹੈਗੇ ਗੁਰੂ ਘਰ ਇੱਥੇ ਵੀ ਜਾਂ ਪੰਜਾਬ ਦੇ ਵਿੱਚ ਵੀ ਜਿਹੜੇ ਪੁਰਾਣੇ ਸਮਿਆਂ ਵਾਂਗੂ ਚੱਲ ਰਹੇ ਆ, ਬਹੁਤ ਚੀਜ਼ਾਂ ਸੇਵਾਵਾਂ ਹੋ ਰਹੀਆਂ ਆ। ਸੋ ਉਸ ਤਰ੍ਹਾਂ ਉਸ ਵੇਲੇ ਕਨਵ ਇੱਕ ਦਿਮਾਗ ਦੇ ਵਿੱਚ, ਜਿੱਦਾਂ ਮੈਂ ਕਿਹਾ, ਇੱਕ ਬੀ ਪੈ ਗਿਆ ਸੀਗਾ। ਤੇ ਫਿਰ ਆਪਾਂ ਹੌਲੀ ਹੌਲੀ ਮਤਲਬ ਕੰਮਕਾਰ 'ਚ ਲੱਗ ਪਏ। ਉੱਥੇ ਗ੍ਰੈਜੂਏਟ ਹੋ ਗਏ ਉੱਥੋਂ ਡੇਵਿਸ ਤੋਂ, ਕਾਰਪੋਰੇਟ ਅਮਰੀਕਾ ਜਿਹੜਾ ਜੋਬਾਂ ਹੁੰਦੀਆਂ ਆਪਾਂ ਸਾਰੇ ਕਰਦੇ ਹੁੰਦੇ ਆ। ਤੇ ਫਿਰ 2019 ਦੇ ਵਿੱਚ ਫਿਰ ਮੌਕਾ ਆਇਆ, ਗੁਰੂ ਸਾਹਿਬ ਨੇ ਮੁੜ ਕੇ ਜੋੜਿਆ ਦੁਬਾਰਾ ਇਹਨਾਂ ਦੇ ਨਾਲ। ਹਾਂਜੀ ਹਾਂਜੀ। ਅੱਛਾ, 2019 ਚ? ਹਾਂਜੀ ਹਾਂਜੀ। ਇੱਕੋ ਕਾਨਫਰੰਸ ਅਟੈਂਡ ਕੀਤੀ ਸੀ ਜਾਂ ਵਿਚਾਲੇ ਦੁਬਾਰਾ ਵੀ ਕੀਤੀਆਂ ਹੋਰ ਅਟੈਂਡ? 2005 ਦੇ ਵਿੱਚ ਕਾਨਫਰੰਸ ਅਟੈਂਡ ਕੀਤੀ ਸੀਗੀ ਜੀ, ਤੇ ਇੱਕ ਦੋ ਵਾਰੀ ਇਦਾਂ ਸੇਵਾ ਇਵੈਂਟ ਜਿਹੜੇ ਹੁੰਦੇ ਆ ਉੱਥੇ ਗਏ ਸੀਗੇ ਸੇਵਾ ਕਰਨ ਨਾਲ। ਤੇ ਆਈ ਥਿੰਕ 2018 ਦੇ ਵਿੱਚ ਮੇਰੇ ਖਿਆਲ 'ਚ ਇੱਥੇ ਟਰਲਕ ਦੇ ਵਿੱਚ ਇੱਕ ਭਾਈ ਸਾਹਿਬ, ਆਈ ਥਿੰਕ ਉਹਨਾਂ ਦਾ ਨਾਮ ਮੱਲੀ ਸਾਹਿਬ ਆ, ਉਹਨਾਂ ਤੇ ਗ੍ਰੀਫਿਟੀ ਲਾਈ ਸੀ ਕਿਸੇ ਗੋਰੇ ਨੇ ਪਿੱਕੇ ਤੇ, ਕੁਛ ਇਦਾਂ ਹੇਟ ਕ੍ਰਾਈਮ ਸੀਗਾ ਹੋਇਆ ਸੀ। ਉਦੋਂ ਜਕਾਰਾ ਮੂਵਮੈਂਟ ਨੇ ਇੱਕ ਮੀਟਿੰਗ ਰੱਖੀ ਸੀਗੀ ਮੋਡੈਸਟੋ ਟਾਊਨ ਹਾਲ ਮੀਟਿੰਗ, ਤੇ ਉੱਥੇ ਮੈਂ ਗਿਆ ਸੀਗਾ। ਸੋ ਇਦਾਂ 2-3 ਚੀਜ਼ਾਂ ਅਟੈਂਡ ਕੀਤੀਆਂ ਸੀ ਉਸ 10 ਸਾਲਾਂ ਦੇ 15 ਸਾਲਾਂ ਦੇ ਵਿੱਚ, ਪਰ ਮੋਸਟਲੀ ਉਦੋਂ ਧਿਆਨ ਜੌਬ ਤੇ ਹੀ ਸੀਗਾ, ਬਈ ਜੋ ਅਮਰੀਕਾ ਦੇ ਵਿੱਚ ਚੱਲਦਾ ਹੀ ਆ। ਹਾਂਜੀ ਹਾਂਜੀ ਹਾਂਜੀ। ਵੀ ਕੰਮ ਪੜ੍ਹ ਲਿਆ ਤੇ ਹੁਣ ਕੰਮ ਕਰ ਲਈ। ਕਾਹਦਾ ਕੰਮ ਕਰਦੇ ਸੀ ਉਦੋਂ? ਕਾਹਦੇ ਚ ਗ੍ਰੈਜੂਏਟ ਹੋਏ ਸੀ ਤੁਸੀਂ? ਗ੍ਰੈਜੂਏਟ ਜੀ ਕੀਤੀ ਸੀਗੀ ਇਕਨੋਮਿਕਸ ਤੇ ਪੋਲੀਟੀਕਲ ਸਾਇੰਸ। ਫਿਰ ਉਦੋਂ ਇਕਨੋਮੀ ਕਾਈਂਡ ਆਫ 2008 ਦੇ ਵਿੱਚ ਕ੍ਰੈਸ਼ ਹੋ ਗਿਆ ਸੀਗਾ, ਸਾਰਾ ਕੁਝ ਖਰਾਬ ਹੋ ਗਿਆ ਸੀ ਕੰਮ। ਤੇ ਫਿਰ ਫੈਮਿਲੀ ਦੇ ਵਿੱਚ ਵੀ ਥੋੜੀ ਇਮੀਗ੍ਰੇਸ਼ਨ ਦੀ, ਮੇਰੇ ਡੈਡ ਉਦੋਂ ਡੀਲ ਕਰ ਰਹੇ ਸੀਗੇ। ਸੋ ਉਸ ਚੱਕਰ ਦੇ ਵਿੱਚ ਕਹਿਣਾ ਆਪਣੇ ਦੂਰ ਤੱਕ ਰਹਿ ਨਹੀਂ ਸਕਦੇ ਸੀਗੇ। ਸੋ ਇੱਥੇ ਸੈਂਟਰ ਵੈਲੀ ਦੇ ਵਿੱਚ ਹੀ ਰਹਿੰਦੇ ਸੀਗੇ, ਤੇ ਇੱਥੇ ਵੀ ਜੌਬਾਂ ਉਦੋਂ ਮਿਲਣੀਆਂ ਬਹੁਤ ਔਖੀਆਂ ਸੀਗੀਆਂ। ਸੋ ਬਥੇਰੇ ਕੰਮ ਕੀਤੇ ਉਦੋਂ, ਵੇਅਰ ਹਾਊਸਾਂ 'ਚ ਕੰਮ ਕੀਤੇ, ਟਰੱਕਾਂ ਤੇ ਕੰਮ ਕੀਤੇ, ਗੈਸ ਸਟੇਸ਼ਨਾਂ ਦੇ ਵਿੱਚ, ਸਾਰੇ ਪਾਸੇ ਮੈਨੂੰ ਲੱਗਦਾ 5-6 ਉਹ ਜੌਬਾਂ 4-5 ਸਾਲਾਂ ਦੇ ਵਿੱਚ ਕੀਤੀਆਂ। ਤੇ ਫਿਰ 2015 ਦੇ ਵਿੱਚ ਮਨ ਬਣਾਇਆ ਵੀ ਹੁਣ ਦੁਬਾਰਾ ਸਕੂਲ ਸ਼ੁਰੂ ਕਰਨਾ। ਅੱਛਾ। ਤੇ ਫਿਰ ਮੈਂ ਅਕਾਊਂਟਿੰਗ ਲਈ ਡਿਗਰੀ ਕੀਤੀ ਸੀਗੀ ਸੈਂਟਾ ਕਲੈਰਾ ਯੂਨੀਵਰਸਿਟੀ ਤੋਂ 2015 ਚ। ਫਿਰ ਉੱਥੇ ਥੋੜੇ ਸਾਲ ਕੰਮ ਕੀਤਾ ਬੇਰੀਏ ਅਕਾਊਂਟਿੰਗ ਦਾ। ਅੱਛਾ। ਤੇ ਫਿਰ ਉਦੋਂ ਮਨ ਨੂੰ ਆਇਆ ਬਈ ਮਜ਼ਾ ਨਹੀਂ ਸੀ ਆ ਰਿਹਾ, ਇਹ ਨਹੀਂ ਕਰਨਾ ਹੁਣ ਜ਼ਿੰਦਗੀ, ਮਜ਼ਾ ਨਹੀਂ ਸੀ ਆ ਰਿਹਾ ਕੰਮ ਕਰਕੇ। ਜੀ ਜਿਹੜੀ ਜ਼ਿੰਦਗੀ ਆ, ਤੁਸੀਂ ਦੇਖੋ ਹੁਣ ਕੰਪਿਊਟਰ ਦੇ ਮੂਹਰੇ ਬਹਿ ਕੇ 10-11 ਘੰਟੇ ਰੋਜ਼ ਹੀ, ਚਿੱਟੀਆਂ ਲਾਈਟਾਂ ਉੱਪਰ ਹੈਗੀਆਂ, ਜਦੋਂ ਤੁਸੀਂ ਕੰਮ ਤੇ ਜਾ ਰਹੇ ਸੂਰਜ ਉਹ ਤੋਂ ਉੱਪਰ ਨੂੰ ਆ ਰਿਹਾ ਆ, ਜਦੋਂ ਘਰ ਨੂੰ ਜਾਣਾ ਉਦੋਂ ਸੂਰਜ ਡੁੱਬ ਰਿਹਾ ਆ, ਹਨਾ। ਕੋਈ ਮੌਜ ਨਹੀਂ, ਕੋਈ ਮਜ਼ਾ ਨਹੀਂ। ਇਦਾਂ ਲੱਗਦਾ ਜਿੱਦਾਂ, ਮੈਨੂੰ ਇਦਾਂ ਮਹਿਸੂਸ ਹੁੰਦਾ ਸੀ ਉਦੋਂ ਬਈ ਮੈਂ ਆਪਣੀ ਆਤਮਾ ਰੋਜ਼ ਵੇਚ ਰਿਹਾ। ਛੋਟਾ ਇਹ ਮਨ ਚ ਰਹਿੰਦਾ ਸੀ, ਮਨ ਚ ਰਹਿੰਦਾ ਹੁੰਦਾ ਸੀ। ਮੈਂ ਅਰਦਾਸ ਉਦੋਂ ਮੈਨੂੰ ਚੇਤਾ ਕਰਦਾ ਹੁੰਦਾ ਸੀ ਬਈ ਗੁਰੂ ਸਾਹਿਬ ਜੀ ਮੈਨੂੰ ਕੋਈ ਹੋਰ ਰਾਹ ਦਿਖਾਇਓ, ਹਨਾ। ਅੱਛਾ। ਤੇ ਇਹ ਉਦੋਂ ਕਿੰਨੀ ਉਮਰ ਸੀ ਤੁਹਾਡੀ? ਉਮਰ ਮੇਰੀ ਉਦੋਂ ਸੀ ਜੀ ਲਾ ਲਓ 27-28 ਸਾਲ, 29 ਸਾਲ, 30 ਸਾਲ। ਤੇ ਉਦਾਂ ਵੀ ਉਸ ਵੇਲੇ ਮੈਂ ਇੰਨਾ ਸਿੱਖੀ ਨਾਲ ਜੁੜਿਆ ਨਹੀਂ ਸੀ। ਮੈਂ ਵੀ, ਮੇਰੇ ਫੈਮਿਲੀ ਅੰਮ੍ਰਿਤਧਾਰੀ ਸੀਗੇ, ਪਰ ਮੈਂ ਆਪਣਾ ਦਾੜਾ ਕੱਟਦਾ ਹੁੰਦਾ ਸੀ ਉਦੋਂ। ਅੱਛਾ। ਤੇ ਬੇਸਿਕਲੀ ਲਾਈਕ ਮਹੀਨੇ ਦੇ ਇੱਕ ਅੱਧੀ ਵਾਰੀ ਇਦਾਂ ਗੁਰਦੁਆਰੇ ਜਾਣਾ ਹੁੰਦਾ, ਉਹ ਸੀਗਾ ਪ੍ਰੋਗਰਾਮ, ਹਨਾ, ਜ਼ਿੰਦਗੀ ਦਾ। ਤੇ ਪਰ ਉਦੋਂ ਵੀ ਫਿਰ ਵੀ ਇੱਕ ਖਿੱਚ ਸੀਗੀ ਸਿੱਖੀ ਵੱਲ ਨੂੰ। ਤੇ ਉਦੋਂ ਫਿਰ ਸਿੱਖੀ ਦਾ ਬੂਟਾ ਤਾਂ ਸੀਗਾ ਅੰਦਰ, ਉਹ ਜੀ ਸੀਗਾ ਉਹ ਜੀ, ਕਿਉਂਕਿ ਉਹ ਜਦੋਂ ਤੁਸੀਂ
ਪੰਜਾਬ 'ਚ ਜੰਮੇ ਹੋ ਆ ਹਨਾ, ਉਹ ਕੋਈ ਮਿਟਾ ਕਾਟ ਨਹੀਂ ਸਕਦਾ। ਇਹ ਤਾਂ ਗੱਲ ਪੰਜਾਬ ਦੇ ਵਿੱਚ, ਕਿਉਂਕਿ ਸਾਰੇ ਪਰਿਵਾਰਾਂ ਨੇ ਜੋ ਦੇਖਿਆ 1980s ਦੇ ਵਿੱਚ, ਉਹ ਚੀਜ਼ ਜਿਹੜੀ ਹੈਗੀ ਆ ਉਹ ਇੱਕ ਬਹੁਤ ਵੱਡੀ ਜੜ ਹੁੰਦੀ ਆ ਦਿਲ ਦੇ ਵਿੱਚ। ਨਾਲੇ ਉੱਥੇ ਮਾਹੌਲ ਹੀ ਇਦਾਂ ਦਾ, ਹਾਂਜੀ ਪਿੰਡਾਂ ਦਾ, ਚਾਹੇ ਪਿੰਡ ਦਾ ਚਾਹੇ ਸ਼ਹਿਰ ਦਾ, ਬਿਲਕੁਲ ਜੀ ਬਿਲਕੁਲ। ਉੱਥੇ ਰੋਜ਼ਮਰਰਾ ਦੀ ਜ਼ਿੰਦਗੀ ਦੇ ਵਿੱਚ ਗੁਰੂ ਘਰ ਦੇ ਉੱਥੇ ਨਾਲ ਜੀ ਤਾਂ ਐਕਚੁਅਲੀ ਮੈਨੂੰ ਆ ਪਿਛਲੇ ਸਾਲ ਹੀ ਪਤਾ ਲੱਗਾ ਵੀ ਜਦੋਂ 47 ਦੇ ਵਿੱਚ ਉਧਰੋਂ ਆਏ ਸੀ ਲਹਿੰਦੇ ਪੰਜਾਬ ਤੋਂ, ਸਾਡੇ ਪਿੰਡ ਮੇਰੇ ਪੜਦਾਦਾ ਜੀ ਨੇ ਐਕਚੁਅਲੀ ਗੁਰਦੁਆਰਾ ਬਣਾਇਆ ਸੀ, ਉੱਥੇ ਸ਼ੁਰੂ ਕੀਤਾ ਸੀਗਾ। ਉਹ ਸਾਰੇ ਪ੍ਰੋਗਰਾਮ ਸਾਡੇ ਫੈਮਿਲੀ ਹੀ ਸੇਵਾਵਾਂ ਪਿੰਡ ਕੜਿਆਣਾ ਜੀ, ਆਦਮਪੁਰ ਦੇ ਨੇੜੇ ਆ। ਠੀਕ ਆ, ਹਾਂਜੀ। ਤੇ ਫਿਰ ਇਹ ਜਿਹੜੀ ਆਪਣੀ ਪਰਿਵਾਰਕ ਹਿਸਟਰੀ ਵੀ ਹੁੰਦੀ ਹੈ, ਹੌਲੀ ਹੌਲੀ ਪਤਾ ਹੁੰਦੀ ਆ, ਜੀਨ ਟਰੈਵਲ ਕਰਦੇ ਕਹਿੰਦੇ। ਹਾਂਜੀ ਹਾਂਜੀ ਬਿਲਕੁਲ ਜੀ। ਇਹ ਜਿੱਦਾਂ ਕਹਿੰਦੇ ਸ਼ਹੀਦ ਸਿੰਘਾਂ ਦਾ ਪਹਿਰਾ ਹੁੰਦਾ, ਸ਼ਹੀਦ ਸਿੰਘਾਂ ਸਿੰਘਣੀਆਂ ਦਾ ਪਹਿਰਾ ਹੁੰਦਾ, ਉਹ ਡੈਫੀਨਿਟਲੀ ਮਹਿਸੂਸ ਹੋਇਆ। ਹੁਣ ਜਦੋਂ ਮੈਂ ਬੈਕ ਦੇਖਣਾ ਆ ਲਾਈਫ ਨੂੰ, ਬਈ ਬਹੁਤ ਮੁਸੀਬਤਾਂ ਚੋਂ ਜਦੋਂ ਨਿਕਲਣਾ ਹੁੰਦਾ ਆ, ਕਈ ਤੁਹਾਡੇ ਲਾਈਫ ਦੇ ਅਪ ਡਾਊਨ ਹੁੰਦੇ ਜਿਹੜੇ ਹਨਾ, ਪਰ ਉਸ ਵੇਲੇ ਪਹਿਰਾ ਤਾਂ ਹੁੰਦਾ ਹੀ ਹੁੰਦਾ। ਉਸ ਵੇਲੇ ਪਤਾ ਨਹੀਂ ਹੁੰਦਾ, ਪਰ ਜਦੋਂ ਪਿੱਛੇ ਨੂੰ ਦੇਖਦੇ ਆ ਫਿਰ ਲੱਗ ਜਾਂਦਾ ਪਤਾ ਵੀ ਪਹਿਰਾ ਤਾਂ ਹੈਗਾ ਹੀ ਹੈਗਾ। ਤਾਂ ਫਿਰ ਤੁਹਾਡਾ ਫਿਰ ਦੁਬਾਰਾ ਕਿੱਦਾਂ ਮੌਕਾ ਬਣਿਆ ਜਕਾਰਾ ਵਾਲਿਆਂ ਦੇ ਨਾਲ, ਇਹ ਟਾਊਨ ਹਾਲ ਦੇ ਵਿੱਚ ਗਏ, ਫਿਰ ਉੱਥੇ ਮਨ ਬਦਲ ਗਿਆ ਵੀ ਹੁਣ ਮੈਂ ਅਕਾਊਂਟਿੰਗ ਛੱਡ ਦੇਣੀ? ਨਹੀਂ ਜੀ, ਉੱਥੇ ਮਨ ਤਾਂ ਪਹਿਲਾਂ ਹੀ ਸੀਗਾ ਅਕਾਊਂਟਿੰਗ ਦਾ। ਜਦੋਂ ਮੇਰੇ ਛੱਡਣ ਨੂੰ ਤਾਂ ਜੀ ਕਰਦਾ ਹੀ ਸੀ, ਛੱਡਣ ਨੂੰ ਜੀ ਕਰਦਾ ਸੀ, ਕਿਉਂਕਿ ਉਸ ਵੇਲੇ ਜਿਹੜੇ ਮੇਰੇ ਬੌਸ ਸੀਗੇ, ਜਿਹੜਾ ਉੱਥੇ ਅੱਗੇ 30-40 ਸਾਲਾਂ ਲਈ ਕਰਨਾ ਪੈਣਾ ਸੀ ਮੈਨੂੰ, ਮੈਂ ਦੇਖਦਾ ਸੀ ਕਿੱਦਾਂ ਦੀ ਜ਼ਿੰਦਗੀ ਉਹਨਾਂ ਦੀ ਹੈ ਨਾ, ਫਿਊਚਰ ਉਹ ਬਹੁਤ ਮਾੜੇ ਹਾਲ। ਤੁਹਾਨੂੰ ਪਤਾ ਹੀ ਆ ਇੱਥੇ ਅਮਰੀਕਾ ਕਿੱਦਾਂ ਦਾ ਮਾਹੌਲ ਹੈ, ਬਹੁਤ ਸੀਗਾ ਇਦਾਂ ਡਿਪਰੈਸਿੰਗ। ਤੇ ਫਿਰ 2019 ਦੇ ਵਿੱਚ ਮੈਨੂੰ ਚੇਤਾ, ਇੱਥੇ ਸਾਡੇ ਹੋਮ ਟਾਊਨ ਲਿਵਿੰਗਸਟਨ ਦੇ ਵਿੱਚ ਇੱਕ ਪੰਜਾਬੀ ਕਲਾਸਾਂ ਚੱਲ ਰਹੀਆਂ ਸੀ ਹਾਈ ਸਕੂਲੇ, 1, 2 ਤੇ ਐਡਵਾਂਸਡ ਪੰਜਾਬੀ ਵੀ। ਠੀਕ ਹੈ। ਤੇ ਉੱਥੇ ਉਹ ਸਕੂਲ ਨੇ ਕੈਂਸਲ ਕਰਨੀਆਂ ਸੀ, ਬਹੁਤ ਮਤਲਬ ਰੌਲਾ ਪਿਆ ਸੀ। ਉਹਨੇ ਦੱਸਿਆ ਵੀ ਨਹੀਂ ਸੀ ਕਿਸੇ ਨੂੰ। ਉਹਦੀ ਬੱਚਿਆਂ ਨੇ ਜਦੋਂ ਅਗਲੇ ਸਾਲ ਲਈ ਸਾਈਨ ਅਪ ਕਰਨਾ ਸੀ ਕਲਾਸਾਂ ਲਈ, ਉਦੋਂ ਪਤਾ ਲੱਗਾ ਇਹਨਾਂ ਨੂੰ ਮਈ ਦੇ ਬੰਦ ਕਰਤੀਆਂ। ਨਾ ਪੇਰੈਂਟਸ ਨੂੰ ਕਿਸੇ ਨੂੰ ਦੱਸਿਆ ਸੀ ਨਹੀਂ। ਉਦੋਂ ਜਕਾਰਾ ਮੂਵਮੈਂਟ ਨੇ ਇੱਕ ਫਲਾਇਰ ਲਾਇਆ ਸੀਗਾ ਆਨਲਾਈਨ, ਬਈ ਗੁਰਦੁਆਰੇ ਮੀਟਿੰਗ ਆ ਵੀ ਤੁਸੀਂ ਆਇਓ ਹਨਾ। ਤੇ ਉਹ ਉਦੋਂ ਮੈਨੂੰ ਲੱਗਾ, ਮਹਿਸੂਸ ਹੋਇਆ ਵੀ ਇਹ ਮੇਰਾ ਹੋਮ ਟਾਊਨ ਆ, ਮੈਂ ਆਪਣਾ ਇੱਥੇ ਜੰਮੇ ਨਹੀਂ, ਇੱਥੇ ਪਲੇ ਵੱਡੇ ਅਮਰੀਕਾ ਦੇ ਵਿੱਚ। ਸਾਡਾ ਮੇਅਰ ਵੀ ਉਸ ਵੇਲੇ ਪੰਜਾਬੀ ਸੀਗਾ, ਸਾਡਾ ਸਿਟੀ ਕਾਉਂਸਲ ਮੈਂਬਰ ਵੀ ਇੱਕ ਪੰਜਾਬੀ ਸੀਗਾ। ਤੇ ਮੇਰੇ ਮਨ 'ਚ ਮਹਿਸੂਸ ਹੋਇਆ ਵੀ ਜੇ ਸਾਡਾ ਇਸ ਸ਼ਹਿਰ ਦੇ ਵਿੱਚ ਇਹ ਹੋ ਸਕਦਾ, ਮੇਅਰ ਵੀ ਪੰਜਾਬੀ ਆ, ਸਿਟੀ ਕਾਉਂਸਲ ਵਾਲੇ ਵੀ ਪੰਜਾਬੀ ਆ, ਫਿਰ ਵੀ ਉਹ ਨਹੀਂ ਕੈਂਸਲ ਕਰਨੀਆਂ ਪੰਜਾਬੀ ਕਲਾਸਾਂ ਸਕੂਲੇ, ਇਹਦਾ ਮਤਲਬ ਆ ਵੀ ਕੁਝ ਗੜਬੜ ਆ ਫਿਰ ਨਾ ਇਹ ਸਿਸਟਮ ਦੇ ਵਿੱਚ। ਫਿਰ ਮੈਨੂੰ ਪਤਾ ਹੋਣਾ ਚਾਹੀਦਾ ਵੀ ਕੀ ਹੋ ਰਿਹਾ ਆ। ਸੋ ਫਿਰ ਮੈਂ ਗਿਆ ਸੀ ਉਹ ਮੀਟਿੰਗ ਤੇ, ਫਿਰ ਪਤਾ ਲੱਗਾ। ਫਿਰ ਅਸੀਂ 7-8 ਜਣੇ ਸੀਗੇ ਉਸ ਵੇਲੇ, ਮੈਂ ਹੀ ਇਕੱਲਾ ਨੌਨ ਪੇਰੈਂਟ ਸੀਗਾ, ਬਾਕੀ ਪੇਰੈਂਟ ਸੀਗੇ ਜਿਹੜੇ ਉੱਥੇ ਜਿਹੜੇ ਆਏ ਸੀ। ਤੇ ਫਿਰ ਉਸ ਵੇਲੇ ਪਲਾਨ ਬਣਾਇਆ ਸੀ ਸਾਰਿਆਂ ਨੇ ਇਕੱਠੇ, ਬਈ ਆਪਾਂ ਕੱਲੇ ਘਰ ਜਾ ਕੇ ਕੁੰਡੇ ਖੜਕਾਉਣੇ ਤੇ ਸਾਰਿਆਂ ਨੂੰ ਦੱਸਣਾ ਵੀ ਆਹ ਹੋ ਰਿਹਾ ਆ। ਤੇ ਅਗਲੀ ਜਿਹੜੀ ਸਕੂਲ ਬੋਰਡ ਮੀਟਿੰਗ ਹੁੰਦੀ ਆ, ਜਿਹੜੀ ਹਰੇਕ ਮਹੀਨੇ ਹੁੰਦੀ ਆ, ਜਨਰਲ ਪਬਲਿਕ ਮੀਟਿੰਗ ਸਕੂਲ ਬੋਰਡ ਦੀ, ਉੱਥੇ ਜਾ ਕੇ ਉਹਨਾਂ ਦੇ ਮੂਹਰੇ ਗੱਲ ਰੱਖਣੀ ਇਹ ਵੀ ਤੁਸੀਂ ਕਾਹਤੋਂ ਕੈਂਸਲ ਕਰ ਰਹੇ ਕਲਾਸਾਂ ਬਗੈਰ ਦੱਸਿਓ ਵੀ। ਤੇ ਫਿਰ ਅਸੀਂ ਐਕਚੁਅਲੀ ਗੁਰੂ ਸਾਹਿਬ ਦੀ ਕਿਰਪਾ ਨਾਲ 2 ਹਫ਼ਤੇ ਲਾਏ। ਹਰੇਕ ਸ਼ਾਮ ਨੂੰ ਆਈ ਥਿੰਕ ਤਕਰੀਬਨ 1500-1600 ਜਿਹੜੇ ਘਰ ਪੰਜਾਬੀਆਂ ਦੇ ਆਪਣੇ ਲਿਵਿੰਗਸਟਨ, ਉਹਨਾਂ ਦੇ ਕੱਲੇ ਘਰ ਜਾ ਕੇ ਕੁੰਡੇ ਖੜਕਾਏ, ਉਹਨਾਂ ਨੂੰ ਦੱਸਿਆ, ਉਹਨਾਂ ਨੇ ਗੱਲਾਂ ਬਾਤਾਂ ਕੀਤੀਆਂ। ਕਿੱਦਾਂ ਹੁੰਗਾਰਾ ਮਿਲਿਆ ਉਦੋਂ ਤਾਂ ਤੁਸੀਂ ਆਈ ਥਿੰਕ ਤੁਸੀਂ ਵੀ ਸੀਗੇ ਉੱਥੇ, ਉੱਥੇ ਤਾਂ ਸੀਟਾਂ ਵੀ ਨਹੀਂ ਸੀ ਬਹਿਣ ਨੂੰ, ਮੈਨੂੰ ਚੇਤਾ ਉਦੋਂ ਸਾਰਾ। ਉਦੋਂ ਸੇਵਾ ਵਾਲੇ ਵੀ ਆ ਗਏ ਸੀਗੇ, ਉਦੋਂ ਇਹ ਲੰਗਰ ਵੀ ਬਾਹਰ ਵਰਤਾ ਰਹੇ ਸੀਗੇ। ਬਹੁਤ ਵੱਡਾ ਇਸ਼ੂ ਬਣ ਗਿਆ ਵੀ, ਬਹੁਤ ਵੱਡਾ ਵੀ ਕਿਤੇ ਨਾ ਕਿਤੇ ਜੇ ਪੰਜਾਬੀ ਆ ਤੇ ਉਹਨੂੰ ਜੇ ਪੂੰਜੇ ਲਾਇਆ ਜਾ ਰਿਹਾ ਤੇ ਵਧੀਆ ਗੱਲ ਜੀ। ਬਿਲਕੁਲ। ਤੇ ਉਸ ਵੇਲੇ ਫਿਰ ਮੈਨੂੰ ਚੇਤਾ ਵੀ ਸਕੂਲ ਬੋਰਡ ਵਾਲਿਆਂ ਨੇ ਜਦੋਂ ਹੀ ਮੀਟਿੰਗ ਸ਼ੁਰੂ ਹੋਈ ਉਦੋਂ ਹੀ ਉਹਨੇ ਕਹਿਤਾ ਵੀ ਨਹੀਂ ਜੀ ਅਸੀਂ ਹੁਣ ਕੈਂਸਲ ਹੀ ਕਰਨੀ ਆ। ਉਹਨਾਂ ਨੂੰ ਪਤਾ ਲੱਗ ਗਿਆ ਸੀ ਹਾਂਜੀ ਭਾਵਨਾ ਦਾ। ਪਹਿਲਾਂ ਉਹਨਾਂ ਨੂੰ ਵੀ ਨਹੀਂ ਪਤਾ ਸੀ ਇਹ ਗੱਲ ਦਾ ਵੀ ਇੰਨੇ ਜਾਣੇ ਆ, ਕਿਉਂਕਿ ਉਹ ਸਕੂਲ ਵਾਲੇ ਪ੍ਰਿੰਸੀਪਲ ਜਿਹੜੇ ਉਹਨਾਂ ਦੀ ਚਾਲ ਸੀ। ਇਹ ਸਕੂਲ ਬੋਰਡ ਵਾਲਿਆਂ ਨੂੰ ਵੀ ਨਹੀਂ ਪਤਾ ਸੀ ਵੀ ਇਹ ਹੋ ਰਿਹਾ ਆ। ਅੱਛਾ। ਸੋ ਪਹਿਲਾਂ ਉਹ ਹਫ਼ਤੇ ਮੀਟਿੰਗ ਤੋਂ ਅਸੀਂ ਕੱਲੇ ਸਕੂਲ ਬੋਰਡ ਮੈਂਬਰ ਨਾਲ ਮਿਲੇ ਸੀਗੇ। ਮੈਂ ਜਸਪ੍ਰੀਤ ਕੌਰ ਆਪਣੀ ਉਦੋਂ ਕਮੇਟੀ ਆਰਗੇਨਾਈਜ਼ਰ ਸੀਗੇ ਇੱਥੇ, ਤੇ ਨੈਨਦੀਪ, ਤੇ ਉਹਨਾਂ ਨੂੰ ਦੱਸਿਆ ਕੱਲੇ ਨੂੰ ਇੱਕ 1-on-1 ਮੀਟਿੰਗ ਤੇ ਵੀ ਇਦਾਂ ਹੋ ਰਿਹਾ ਹਨਾ, ਵੀ ਅਸੀਂ ਆਉਣਾ ਆ, ਬਈ ਤੁਸੀਂ ਸਾਡੀ ਗੱਲ ਸੁਣਿਓ ਹਨਾ। ਪਤਾ ਨਹੀਂ ਸੀ ਉਹਨੇ ਕੀ ਕਰਨਾ, ਡਿਸੀਜਨ ਕਿਹੜੀ ਲੈਣੀ ਆ, ਪਰ ਉਹਨਾਂ ਨੂੰ ਜਦੋਂ ਉਹਨੇ ਆਪ ਇਦਾਂ ਦੇਖਿਆ ਵੀ ਕਿੰਨਾ ਇਹਦਾ ਇੰਪੋਰਟੈਂਸ ਆ ਪੰਜਾਬੀ ਦਾ। ਬੱਚੇ ਆਪਣੇ ਗ੍ਰੈਂਡ ਪੇਰੈਂਟਸ ਨਾਲ ਗੱਲ ਕਰਦੇ ਆ, ਆਪਣੇ ਦਾਦੀ ਦਾਦੀਆਂ ਨਾਨੇ ਨਾਨੀਆਂ ਨਾਲ, ਨਾਲੇ ਇੱਥੇ ਪੰਜਾਬੀ ਰਹਿੰਦੇ ਵੀ ਕਿੰਨੇ ਆਲੇ ਦੁਆਲੇ ਆ, ਵੀ ਇਹ ਬਹੁਤ ਜ਼ਰੂਰੀ ਚੀਜ਼ ਆ, ਇਹਨੂੰ ਕੈਂਸਲ ਨਹੀਂ ਹੋਣਾ ਚਾਹੀਦਾ। ਫਿਰ ਬਚਾਅ ਹੋ ਗਿਆ ਉੱਥੇ, ਫਿਰ ਉਸ ਵੇਲੇ ਬਚਾਅ ਹੋਇਆ। ਫਿਰ ਉਸ ਤੋਂ ਬਾਅਦ ਚ ਤੁਹਾਡਾ ਜੁਆਇਨ ਕਰ ਦੋ। ਸੋ ਉਸ ਵੇਲੇ ਹੀ ਜਦੋਂ ਸੰਗਤ ਪਹੁੰਚੇ ਹੈ ਨਾ, ਉਦੋਂ 400-500 ਜਿੱਦਾਂ ਆਪਾਂ ਟੀ-ਸ਼ਰਟਾਂ ਛਪਾਈਆਂ ਸੀ, ਉਹ ਜਾਮਣੀ ਟੀ-ਸ਼ਰਟਾਂ, ਤੇ ਉਦੋਂ ਹੀ ਮੇਰੇ ਮਨ 'ਚ ਗੱਲ ਇਹ ਆ ਗਈ ਵੀ ਜੇ 2 ਹਫ਼ਤਿਆਂ ਦਾ ਕੰਮ ਇਹ ਕੁਝ ਕਰ ਸਕਦਾ, ਜੇ ਤੁਸੀਂ ਸਾਰੀ ਜ਼ਿੰਦਗੀ ਲਾਓ ਇਸ ਕੰਮ ਨੂੰ, ਫਿਰ ਕੀ ਹੋ ਸਕਦਾ। ਫਿਰ ਉਸ ਵੇਲੇ ਮੈਨੂੰ ਦਿਮਾਗ 'ਚ ਗੱਲ ਆਈ ਵੀ ਕੁਛ ਇੱਧਰ ਨੂੰ ਕਰਨਾ ਚਾਹੀਦਾ ਆ,
ਬਈ ਸੇਵਾ, ਕਮਿਊਨਿਟੀ ਦੀ ਸੇਵਾ ਕੁਝ ਕਰਨੀ ਚਾਹੀਦੀ। ਖਿੱਚਿਆ ਫਿਰ ਤੁਹਾਨੂੰ? ਹਾਂਜੀ ਹਾਂਜੀ, ਉਹ ਕੱਲਾ ਇਵੈਂਟ ਮੈਨੂੰ ਬਹੁਤ ਫਿਰ ਕਿੰਨੇ ਚਿਰਾਂ ਬਾਅਦ ਜੌਬ ਛੱਡੀ ਤੇ ਕਦੋਂ ਇਹਨਾਂ ਨੇ ਜੁਆਇਨ ਕਰ ਲਿਆ? ਉਸ ਵੇਲੇ ਫਿਰ ਅਗਲੇ 2 ਹਫ਼ਤਿਆਂ 'ਚ ਹੀ ਇਹਨਾਂ ਨੇ ਜੌਬ ਪੋਸਟਿੰਗ ਐਕਚੁਅਲੀ ਲਾਈ ਸੀਗੀ। ਉੱਥੇ ਇੱਕ ਪਲਵਿੰਦਰ ਕੌਰ ਸੀਗੀ ਸੈਕਰਾਮੈਂਟੋ, ਆਪਣੀ ਸੇਵਾਦਾਰ ਨਹੀਂ, ਤੇ ਉਹਨੇ ਇੱਕ ਸਟੇਟ ਲਈ ਜੌਬ ਸ਼ੁਰੂ ਕਰਨੀ ਸੀਗੀ, ਕੈਲੀਫੋਰਨੀਆ ਸਟੇਟ ਲਈ, ਸੋ ਛੱਡ ਰਹੀ ਸੀ ਉਹ ਜੌਬ। ਤੇ ਇਹਨਾਂ ਦੀ ਜੌਬ ਉਦੋਂ ਖੁੱਲੀ ਤੇ ਉਦੋਂ ਫਿਰ ਜਿੱਦਾਂ ਦਰਵਾਜ਼ੇ ਖੁੱਲਦੇ ਹੁੰਦੇ ਆ ਤੇ ਗੁਰੂ ਸਾਹਿਬ ਨੇ ਅਰਦਾਸ ਸੁਣੀ, ਲਾਈਟ ਜੀ ਆ ਗਈ। ਮੈਂ ਕਿਹਾ ਪਤਾ ਨਹੀਂ ਸੀ ਜੇ ਮਿਲਣੀ ਕਿ ਨਹੀਂ, ਅਪਲਾਈ ਕਰਤਾ ਹਨਾ। ਹੋਰ ਵੀ ਸੀਗੇ ਜਿਨ੍ਹਾਂ ਨੇ ਅਪਲਾਈ ਕੀਤਾ ਹੋਣਾ, ਪਰ ਡੈਫੀਨੇਟਲੀ ਸੌਖੀ ਚੀਜ਼ ਨਹੀਂ ਸੀ, ਕਿਉਂਕਿ ਮਨ ਨੂੰ ਬਣਾਉਣਾ ਪੈਂਦਾ। ਕਿਉਂਕਿ ਜਦੋਂ ਤੁਸੀਂ ਇੱਥੇ ਅਮਰੀਕਾ ਹੁੰਦੇ ਆ ਜੀ, ਦੇਖੋ ਇੱਕ ਟਾਈਮਲਾਈਨ ਹੁੰਦੀ ਆ, ਤੁਸੀਂ ਇੱਕ ਪੌੜੀ ਚੜ੍ਹਨੀ ਹੁੰਦੀ। ਹਾਂਜੀ, ਪੌੜੀ ਤੇ ਚੜੀ ਜਾਣਾ। ਜਦੋਂ ਬੰਦਾ ਕੋਈ ਪੌੜੀ ਨੂੰ ਪਿੱਛੇ ਨੂੰ ਆਉਂਦਾ ਥੋੜਾ, ਭਾਵੇਂ ਪੈਸੇ ਦੀ ਪੌੜੀ ਹੋਵੇ, ਭਾਵੇਂ ਘਰਾਂ ਦੀ, ਕਾਰਾਂ ਦੀ, ਜੋ ਵੀ ਹੋਵੇ, ਸਟੇਟਸ ਦੀ, ਹਨਾ, ਤੁਹਾਨੂੰ ਫਿਰ ਸੁਸਾਇਟੀ ਵੱਲੋਂ ਬਹੁਤ ਮਤਲਬ ਪ੍ਰੈਸ਼ਰ ਜਿਹਾ ਪੈਂਦਾ ਫਿਰ, ਹਨਾ। ਪਰ ਐਕਚੁਅਲੀ ਅਸਲੀਅਤ ਦੇ ਵਿੱਚ ਗੱਲ ਗੁਰੂ ਸਾਹਿਬ ਦੀ ਕਿਰਪਾ ਹੀ ਆ। ਬਈ ਮੈਨੂੰ ਉਦੋਂ ਮਹਿਸੂਸ ਹੋਇਆ ਵੀ ਇਹ ਬੈਟਰ ਆ ਵੀ ਤੁਸੀਂ ਅਸਲੀ ਪੌੜੀ ਤੋਂ ਥੱਲੇ ਤੋਂ ਸ਼ੁਰੂ ਹੋਵੋ, ਵੈਦਰ ਦਿਨ ਜਿਹੜੀ ਗਲਤ ਪੌੜੀ ਆ ਉਹਦੇ ਉੱਚੀ ਚੜੀ ਜਾਓ, ਜਿੰਨਾ ਪਰ ਜੇ ਟਾਈਮ ਲੱਗੇ, ਹਨਾ। ਕਿਉਂਕਿ ਜਦੋਂ ਉਹ ਗਲਤ ਪੌੜੀ ਆ ਜਿਹੜੇ ਉੱਤੇ ਚੜੀ ਜਾਣਾ ਫਿਰ ਬੁਢਾਪੇ 'ਚ ਜਾ ਕੇ ਦੇਖਣ ਆਲੇ ਦੁਆਲੇ ਕੋਈ ਜਣਾ ਹੈ ਹੀ ਨਹੀਂ। ਹੁਣ ਸੰਤੁਸ਼ਟ ਕੰਮ ਕਰਦੇ ਹੋਏ? ਆਈ ਥਿੰਕ ਸੰਤੁਸ਼ਟੀ ਤੋਂ ਵੀ ਜ਼ਿਆਦਾ ਆ ਜੀ, ਸੱਚੀ ਮੈਂ ਤਾਂ ਦੱਸਾਂ। ਅੱਜ ਹੁਣ ਜਦੋਂ ਯੂਥ ਮਿਲਦਾ ਆ, ਬੱਚੇ ਜੁੜਦੇ ਆ, ਆਪਣੇ ਮਾਂ ਪਿਓ ਸਾਨੂੰ ਦੱਸਦੇ ਆ ਵੀ ਤੁਹਾਡਾ ਧੰਨਵਾਦ ਵੀ ਤੁਸੀਂ ਬੱਚਿਆਂ ਨਾਲ ਇੱਦਾਂ ਕੁਛ ਕਰਦੇ ਆ, ਉਦੋਂ ਸੰਤੁਸ਼ਟੀ ਤਾਂ ਹੈ, ਪਰ ਐਕਚੁਅਲੀ ਇੱਕ ਥੈਂਕਸ ਮਿਲਦਾ, ਮਹਿਸੂਸ ਹੁੰਦਾ ਬਈ ਗੁਰੂ ਸਾਹਿਬ ਧੰਨਵਾਦ, ਇਹ ਸੇਵਾ ਤੁਸੀਂ ਸਾਨੂੰ ਦਿੱਤੀ ਆ। ਕਿਉਂਕਿ ਕਰਦੇ ਤਾਂ ਗੁਰੂ ਸਾਹਿਬ ਹੀ ਸਾਰਾ ਕੁਛ ਹੈ ਨਾ, ਅਸੀਂ ਤਾਂ ਬਸ ਇੱਕ ਪਲੇਟਫਾਰਮ ਹੀ ਸਮਝ ਲਓ, ਜਾਂ ਇੱਕ ਕਾਰ ਜੀ, ਅਸੀਂ ਕਾਰ ਚਲਾ ਰਹੇ ਹਾਂ ਜਿੱਦਾਂ ਸਮਝੋ, ਹਨਾ। ਪਰ ਕਾਰ ਪਰ ਉਹ ਜਿਹੜਾ ਫਿਊਲ ਆ, ਉਹਦਾ ਜਿਹੜੀ ਗੈਸ ਵਿੱਚ ਪੈ ਰਹੀ ਆ, ਜਿਹੜਾ ਐਕਚੁਅਲੀ ਚਲਾ ਰਹੇ ਆ, ਉਹ ਤਾਂ ਸੰਗਤ ਹੀ ਆ, ਹਨਾ। ਸੋ ਇੱਕ ਸੰਤੁਸ਼ਟੀ ਤਾਂ ਡੈਫੀਨੇਟਲੀ ਹੈਗੀ, ਪਰ ਇੱਕ ਬਹੁਤ ਮਿਹਰਬਾਨੀ ਵੀ ਇੱਕ ਫੀਲ ਹੋ ਰਹੀ ਆ ਵੀ ਕੋਈ ਪੁਰਾਣੇ ਜਨਮਾਂ 'ਚ ਕੋਈ ਚੰਗਾ ਕੰਮ ਕੀਤਾ ਹੋਣਾ, ਜਿਹੜਾ ਆਹ ਮੌਕਾ ਮਿਲਿਆ ਵੀ ਸੰਗਤ ਨਾਲ ਕੰਮ ਕਰਨਾ, ਹਨਾ। ਹੋਰ ਕਿੱਦਾਂ ਤੁਸੀਂ ਸੋਚਦੇ ਜਕਾਰੇ ਨੇ ਤੁਹਾਡੀ ਲਾਈਫ ਨੂੰ ਬਦਲਿਆ? ਇਹ ਜੀ ਐਕਚੁਅਲੀ ਸਭ ਤੋਂ ਵੱਡੀ ਦੇਣ ਤਾਂ ਹੈਗੀ ਆ ਵੀ ਜਦੋਂ ਸ਼ੁਰੂ ਕੀਤਾ ਸੀ ਕੰਮ ਇਸ ਸਪੇਸ ਦੇ ਵਿੱਚ ਕਰਨਾ, ਪਹਿਲੀ ਵਾਰੀ ਜ਼ਿੰਦਗੀ 'ਚ ਮਹਿਸੂਸ ਹੋਇਆ ਸੀ ਵੀ ਜੋ ਮੈਂ ਹੈ ਉਹ ਠੀਕ ਆ। ਇੱਥੇ ਅਮਰੀਕਾ ਦੇ ਵਿੱਚ ਤੁਹਾਨੂੰ ਪਤਾ ਵੀ ਬੰਦੇ ਨੂੰ ਹੋਰ ਤਰ੍ਹਾਂ ਦਾ ਬਣਨਾ ਪੈਂਦਾ, ਹਨਾ। ਆਪਣੀ ਜਿਹੜੀ ਪਹਿਚਾਣ ਆ, ਤੁਸੀਂ ਜਦੋਂ ਬਾਹਰ ਜਾਂਦੇ ਗੱਲਬਾਤ ਕਰਨੇ ਕਿਸੇ ਨਾਲ, ਸਪੈਸ਼ਲੀ ਕਾਰਪੋਰੇਟ ਅਮਰੀਕਾ ਦੇ ਵਿੱਚ, ਆਫਿਸਾਂ ਦੇ ਵਿੱਚ ਸੂਟ ਪਾਉਣੇ ਪੈਂਦੇ, ਇੱਦਾਂ ਖੜੇ ਹੋਣਾ ਪੈਂਦਾ, ਗੱਲਾਂ ਬਾਤਾਂ ਸਾਰੀਆਂ ਇੱਦਾਂ ਕਰਨੀਆਂ ਪੈਂਦੀਆਂ, ਹਨਾ। ਉਹ ਚੀਜ਼ ਆਪਣੇ ਆਤਮਾ ਤੇ ਬਹੁਤ ਮਹਿਸੂਸ ਹੁੰਦਾ, ਉਹ ਚੀਜ਼ ਦਾ ਬੋਝ ਪੈਂਦਾ ਬਹੁਤ ਜ਼ਿਆਦਾ। ਜਦੋਂ ਤੁਸੀਂ ਆਪਣੇ ਸੰਗਤ ਦੇ ਨਾਲ ਕੰਮ ਕਰਦੇ ਆ, ਆਪਣੇ ਆਉਣ ਵਾਲੀ ਯੂਥ ਨਾਲ, ਆਪਣੇ ਆਉਣ ਵਾਲੀ ਪੀੜ੍ਹੀ ਨਾਲ ਕੰਮ ਕਰਦੇ ਆ, ਤੁਹਾਨੂੰ ਹੋਰ ਕੋਈ ਚੀਜ਼ ਬਣਨ ਦੀ ਲੋੜ ਨਹੀਂ ਹੁੰਦੀ। ਜੋ ਤੁਸੀਂ ਹੈਗੇ ਆ ਉਹੀ ਬਣ ਸਕਦੀ। ਜਿਹੜੀ ਫੀਲਿੰਗ ਜਦੋਂ ਆਪਾਂ ਸਾਰਿਆਂ ਨੂੰ ਪਤਾ ਹੋਣਾ, ਹੁਣ ਜਦੋਂ ਪੰਜਾਬ ਜਾਈਦਾ, ਜਦੋਂ ਹਰਿਆਣਾ ਟੱਪ ਕੇ ਪੰਜਾਬ ਦੇ ਸੈਨ ਆਉਣ ਲੱਗ ਪੈਂਦੇ ਆ, ਪੰਜਾਬੀ ਆਉਣ ਲੱਗ ਪੈਂਦੀ ਆ, ਲਾਇਸੈਂਸ ਪਲੇਟਾਂ ਪੰਜਾਬ ਦੀਆਂ ਦਿਖਣ ਲੱਗ ਪੈਂਦੀਆਂ, ਉਦੋਂ ਜਿਹੜੀ ਮਨ 'ਚ ਫੀਲਿੰਗ ਆਉਂਦੀ ਆ, ਉਹ ਹਵਾ ਦੇ ਵਿੱਚ ਪਾਉਂਦਾ ਆ, ਉਹ ਫੀਲਿੰਗ ਇਹੀ ਹੈ ਇੱਕ ਕੰਮ ਦੇ ਵਿੱਚ ਆਉਂਦੀ ਆ ਬਈ ਛੱਡ ਪਰਾਂ ਮੇਰਾ ਜੀ ਨਹੀਂ ਲੱਗਣਾ, ਸੁਰਗਾਂ ਵਿੱਚ ਪੰਜਾਬ ਦੀ ਹੋੜਾ। ਇਹ ਜਿਹੜੀਆਂ ਗੱਲਾਂ ਨਾ, ਇਹ ਵਾਕਿਆ ਇਹ ਗੱਲ ਆ। ਸੋ ਤੁਸੀਂ ਇਹ ਸੋਚਦੇ ਆ ਵੀ ਜਿਹੜਾ ਜਕਾਰਾ ਨੇ ਤੁਹਾਨੂੰ ਇੱਕ ਤਾਂ ਆਪਣੀਆਂ ਜੜ੍ਹਾਂ ਨਾਲ ਜੋੜਿਆ, ਸੰਗਤ ਦੀ ਸੇਵਾ ਕਰਨ ਦਾ ਜਿਹੜਾ ਉਹ ਮੌਕਾ ਦਿੱਤਾ। ਜਕਾਰਾ ਆਰਗੇਨਾਈਜੇਸ਼ਨ ਮੋਸਟਲੀ ਯੂਥ ਓਰੀਐਂਟਡ ਜਿਹੜਾ ਕੰਮ ਆ, ਯੰਗਸਟਰਸ, ਨੌਜਵਾਨਾਂ ਦੇ ਨਾਲ, ਅਗਲੀ ਪੀੜ੍ਹੀ ਦੇ ਨਾਲ ਕੰਮ ਕਰਦੇ ਆ। ਤੁਸੀਂ ਸੋਚਦੇ ਆ ਵੀ ਇਹ ਹੁਣ ਬਾਕੀ ਆਪਣੀ ਉਮਰ ਦੇ, ਆਪਣੇ ਮਾਪਿਆਂ ਦੀ ਉਮਰ ਦੇ, ਬਜ਼ੁਰਗਾਂ ਦੀ ਉਮਰ ਦੇ, ਉਹਨਾਂ ਤੱਕ ਵੀ ਇਹਨਾਂ ਦੀ ਅਪਰੋਚ ਹੋਣੀ ਚਾਹੀਦੀ ਹੈ? ਹਾਂਜੀ, ਬਿਲਕੁਲ ਜੀ। ਸੋ ਅਸੀਂ ਯੂਥ ਨਾਲ ਤਾਂ ਓਰੀਐਂਟਡ ਆ ਮੋਸਟਲੀ, ਕਿਉਂਕਿ ਅਸੀਂ ਆਪ ਯੂਥ ਆ। ਚਲੋ ਮੈਂ ਤਾਂ ਨਹੀਂ ਭਾਵੇਂ ਹੁਣ, ਪਰ ਜਦੋਂ ਸ਼ੁਰੂ ਹੋਇਆ ਸੀ ਨਾ, ਜਦੋਂ ਹੁਣ ਜਿਹੜੇ ਸਾਡੇ ਪ੍ਰੋਗਰਾਮ ਚੱਲਦੇ 70 ਹਾਈ ਸਕੂਲਾਂ ਦੇ ਵਿੱਚ ਚੈਪਟਰ ਆ, ਯੂਨੀਵਰਸਿਟੀਆਂ ਦੇ ਵਿੱਚ ਹੈਗੇ ਆ, ਤੇ ਅਸੀਂ ਇਦਾਂ ਵੀ ਨਹੀਂ ਹੈਗਾ ਵੀ ਅਸੀਂ ਉਹਨਾਂ ਨੂੰ ਦੱਸਦੇ ਆ ਵੀ ਆਹ ਕਰੋ ਜਾਂ ਆਹ ਕਰੋ। ਆਪਾਂ ਉਹਨਾਂ ਨੂੰ ਇੱਕ ਸਹਾਇਤਾ ਤੌਰ ਤੇ ਕਾਈਂਡ ਆਫ ਹੈਲਪ ਕਰਦੇ ਆ, ਹਨਾ। ਕੰਮ ਹੁੰਦੇ ਉਹਨਾਂ ਦੇ, ਇਛਾਵਾਂ ਹੁੰਦੀਆਂ ਉਹਨਾਂ ਦੀਆਂ, ਪਰ ਲੈਂਸ ਕਮਿਊਨਿਟੀ ਦਾ ਅਸੀਂ ਉਹਨਾਂ ਤੱਕ ਲੈ ਕੇ ਜਾਂਦੇ ਹਾਂ। ਕਿੱਦਾਂ ਦੀਆਂ ਇਛਾਵਾਂ ਹੁੰਦੀਆਂ ਉਹਨਾਂ ਦੀਆਂ? ਇਛਾਵਾਂ ਹੁੰਦੀਆਂ ਉਹਨਾਂ ਨੇ ਸੰਗਤ ਦਾ ਇੱਕ ਬਹੁਤ ਵੱਡਾ ਹੁੰਦਾ ਆ ਵੀ ਸੰਗਤ ਨਾਲ ਜੁੜਨਾ, ਵੀ ਅਸੀਂ ਪਹਿਚਾਣ ਬਣਾਉਣੀ ਆਪਣੇ ਕੈਂਪਸ ਤੇ। ਮਿਸ ਕਰਦੇ ਉਹ ਚੀਜ਼, ਬਹੁਤ ਚੀਜ਼ ਮਿਸ ਕਰਦੇ ਬੱਚੇ, ਪਰ ਉਹਨਾਂ ਨੂੰ ਕੋਈ ਰਾਹ ਨਹੀਂ ਹੁੰਦਾ ਵੀ ਅਸੀਂ ਕਿੱਦਾਂ ਬਣਾਈਏ, ਕਿੱਦਾਂ ਜੁੜੀਏ, ਕਿੱਦਾਂ ਕੀ ਕਰੀਏ। ਬਹੁਤ ਸਾਡੇ ਪ੍ਰੋਗਰਾਮ ਜਿਹੜੇ ਸਾਨੂੰ ਇੰਗਲਿਸ਼ ਦੇ ਵਿੱਚ ਕਰਨੇ ਪੈਂਦੇ, ਕਈਆਂ ਨੂੰ ਪੰਜਾਬੀ ਨਹੀਂ ਬੋਲਣੀ ਆਉਂਦੀ, ਸੋ ਉਹਨਾਂ ਨੂੰ ਹੌਲੀ ਹੌਲੀ ਇੱਦਾਂ ਪੰਜਾਬੀ ਨਾਲ ਵੀ ਜੋੜਨਾ, ਇਹ ਵੀ ਬਹੁਤ ਵੱਡੀ ਸੇਵਾ ਗੁਰੂ ਸਾਹਿਬ ਨੇ ਬਖਸ਼ੀ ਆ ਆਪਾਂ ਨੂੰ। ਸਿੱਖੀ ਨਾਲ ਜੋੜਨਾ, ਹੁਣ ਆ ਫਰਵਰੀ ਦੇ ਵਿੱਚ
ਸਾਰੇ ਸਕੂਲਾਂ ਦੇ ਵਿੱਚ ਜਿਹੜੇ ਇਵੈਂਟ ਹੋ ਰਹੇ ਆ। ਸਾਡਾ ਟੌਪਿਕ ਆਪਾਂ ਰੱਖਿਆ ਆ ਮੋਰਚਾ ਇਨ ਸਿੱਖ ਹਿਸਟਰੀ, ਕਿਉਂਕਿ ਫਰਵਰੀ ਦੇ ਵਿੱਚ ਬਹੁਤ ਵੱਡੇ ਵੱਡੇ ਮੋਰਚੇ ਹੋਏ ਆ ਇਤਿਹਾਸ ਦੇ ਵਿੱਚ। ਨਨਕਾਣਾ ਸਾਹਿਬ ਦਾ ਹਾਂਜੀ, ਜੈਤੋ ਮੋਰਚਾ। ਸੋ ਆ ਹੁਣੇ ਭਾਈ ਜਸਵੰਤ ਸਿੰਘ ਖਾਲੜਾ ਜੀ ਦਾ ਹੁਣ ਦਾ ਸਕੂਲ ਇੱਥੇ ਬਣਿਆ, ਉਹ ਵੀ ਇੱਕ ਤਰ੍ਹਾਂ ਦਾ ਮੋਰਚਾ ਸਮਝ ਲਓ ਹਨਾ, ਬਹੁਤ ਵੱਡਾ ਫਤਿਹ ਹੋਇਆ। ਤੇ ਹਰੇਕ ਇਦਾਂ ਮਹੀਨੇ ਵੱਖਰੇ ਵੱਖਰੇ ਟੌਪਿਕ ਤੇ, ਹੁਣ ਆਉਣ ਵਾਲਾ ਮਹੀਨਾ ਮਾਰਚ ਇੱਥੇ ਅਮਰੀਕਾ ਦੇ ਵਿੱਚ ਵੂਮਨਸ ਇੰਪਾਵਰਮੈਂਟ ਕਹਿੰਦੇ ਇਹਨੂੰ। ਸੋ ਉਸ ਤਰੀਕੇ ਦੇ ਨਾਲ ਆਪਾਂ ਨੂੰ ਇੱਕ ਕੌਰ ਸੈਲੀਬ੍ਰੇਸ਼ਨ ਰੱਖ ਰਹੇ ਹਾਂ ਵੀ ਸਾਰੇ ਸਕੂਲਾਂ ਦੇ ਵਿੱਚ ਜਿਹੜੀਆਂ ਇਤਿਹਾਸਿਕ ਬੀਬੀਆਂ ਆਪਣੇ ਸਿੱਖੀ ਦੇ ਵਿੱਚ ਜਿਨ੍ਹਾਂ ਨੇ ਸੇਵਾਵਾਂ ਕੀਤੀਆਂ, ਹੁਣ ਵੀ ਜਿਹੜੇ ਕਰ ਰਹੇ ਆ, ਉਹਨਾਂ ਦੇ ਬਾਰੇ ਪ੍ਰੋਗਰਾਮ ਰੱਖਣੇ ਆ। ਫਰਵਰੀ ਦੇ ਵਿੱਚ ਆਪਣੇ ਪਾਤਸ਼ਾਹੀ ਦਾਵਾ ਲਾ ਲਓ, ਸੌਵਰਨਟੀ ਵਿਸਾਖੀ ਉਹਦੇ ਹੋਣੇ ਆ, ਪੋਹ ਦਾ ਮਹੀਨੇ ਹੁਣੇ ਨਿਕਲੇ ਆ ਹਨਾ। ਸੋ ਇਸ ਤਰ੍ਹਾਂ ਤਾਂ ਕਰਕੇ ਫੋਕਸ ਯੂਥ ਵੱਲ ਆ, ਕਿਉਂਕਿ ਫਿਊਚਰ ਇਹਨਾਂ ਦਾ ਆ। ਪਰ ਆਪਣੇ ਇੱਥੇ ਜਿਹੜੇ ਸੰਗਤ ਰਹਿ ਰਹੇ ਆ, ਹੁਣ ਜਿਹੜੇ ਸਮੇਂ ਬਹੁਤ ਗੰਭੀਰ ਆਉਣ ਵਾਲੇ ਵੀ ਆ, ਭਿਆਨਕ ਵੀ ਆ। ਜਿਹੜੀਆਂ ਸੇਵਾਵਾਂ ਸਰਕਾਰੀ ਤੌਰ ਤੇ ਮਿਲ ਰਹੀਆਂ ਉਹ ਘੱਟ ਵੀ ਹੋਣੀਆਂ ਬਹੁਤ ਜ਼ਿਆਦੀਆਂ। ਸੋ ਉਸ ਤਰ੍ਹਾਂ ਦੇ ਨਾਲ ਆਪਾਂ ਸੋਚ ਰਹੇ ਹਾਂ ਵੀ ਅਸੀਂ ਜਿਹੜੇ ਉਹ ਕਰੈਕ ਹੋਣੇ ਆ, ਬਣਨੇ ਆ, ਉਹ ਕਿੱਦਾਂ ਫਿਲ ਕਰ ਸਕਦੇ ਆ। ਠੀਕ ਹੈ। ਕਈਆਂ ਨੂੰ ਹੁਣ ਮੈਡੀਕਲ ਦੀ ਹੈਲਪ ਲੋੜ ਦੀ ਹੁੰਦੀ ਆ, ਪਤਾ ਨਹੀਂ ਕਿੱਦਾਂ ਸਾਈਨ ਅਪ ਕਰਨਾ। ਕਈਆਂ ਨੂੰ ਇਮੀਗ੍ਰੇਸ਼ਨ ਦਾ ਨਹੀਂ ਪਤਾ ਹੁੰਦਾ, ਕਈਆਂ ਨੂੰ ਜੌਬਾਂ ਦਾ ਨਹੀਂ ਪਤਾ ਕਿੱਦਾਂ ਅਪਲਾਈ ਕਰਨਾ, ਕਿਹੜੀਆਂ ਜੌਬਾਂ ਹੈਗੀਆਂ ਆ ਕਿੱਦਾਂ ਹਨਾ। ਨਵੇਂ ਇਮੀਗ੍ਰੈਂਟ ਆਉਂਦੇ ਉਹਨਾਂ ਨੂੰ ਵੀ ਆਪਣੇ ਜਿਹੜੇ ਇੱਥੇ ਵੀ ਰਹਿੰਦੇ ਬਜ਼ੁਰਗ ਤੁਸੀਂ ਲਾ ਲਓ 30-40 ਸਾਲ ਤੋਂ ਜਿਹੜੇ ਰਹਿ ਰਹੇ ਆ, ਜਿਨ੍ਹਾਂ ਨੇ ਮੇਬੀ ਨਹੀਂ ਸਿਟੀਜ਼ਨਸ਼ਿਪ ਲਈ ਅਪਲਾਈ ਕੀਤਾ ਹੋਣਾ, ਜਾਂ ਇੰਗਲਿਸ਼ ਨਹੀਂ ਵੀ ਆਉਂਦੀ, ਹੋਰ ਵੀ ਬਥੇਰੇ ਇਸ਼ੂਜ਼ ਹੈਗੇ। ਜਿੱਦਾਂ ਬਜ਼ੁਰਗਾਂ ਨੇ ਮੇਬੀ ਆਪਣੇ ਬੱਚਿਆਂ ਨਾਲ ਨਹੀਂ ਰਹਿੰਦੇ, ਅਪਾਰਟਮੈਂਟ 'ਚ ਰਹਿੰਦੇ ਆ ਉਹਨਾਂ ਨੂੰ ਬਹੁਤ ਮੁਸੀਬਤਾਂ ਆਉਂਦੀਆਂ, ਆਪਾਂ ਦੇਖਦੇ ਹਾਂ ਇਦਾਂ। ਸੋ ਅਸੀਂ ਫਿਰ ਹੁਣ ਧਿਆਨ ਇੱਧਰ ਨੂੰ ਇੰਟੈਂਸ਼ਨਲੀ ਲਾ ਰਹੇ ਹਾਂ ਵੀ ਅਸੀਂ ਕਿਸ ਤਰ੍ਹਾਂ ਸਾਡੇ ਜਿਹੜੇ ਯੂਥ ਦਾ ਜੋਸ਼ ਆ ਇਹਨੂੰ ਕਿੱਦਾਂ ਵਰਤ ਕੇ ਆਪਣੀ ਜਿਹੜੇ ਵਾਈਡਰ ਕਮਿਊਨਿਟੀ ਆ, ਜਿਹੜੀ ਆਪਣੀ ਸੰਗਤ ਆ, ਉਹਨਾਂ ਦੀ ਹੈਲਪ ਕਿੱਦਾਂ ਕਰ ਸਕਦੇ ਹਾਂ। ਸਾਨੂੰ ਇਹ ਤਾਂ ਪਤਾ ਵੀ ਸਾਰਾ ਕੁਝ ਤਾਂ ਨਹੀਂ ਕਰ ਹੋਣਾ ਸਾਡੇ ਕੋਲੋਂ, ਕਿਉਂਕਿ ਇੱਕ ਸੰਸਥਾ, ਇੱਕ ਗਰੁੱਪ, ਇੱਕ ਬੰਦਾ ਕੁਝ ਨਹੀਂ ਕਰ ਸਕਦੇ ਹਨਾ। ਇਹ ਜਿਹੜਾ ਸਿੱਖੀ ਦਾ ਜਿਹੜਾ ਬਾਗ ਆ, ਇਹ ਵੱਖਰੇ ਵੱਖਰੇ ਫੁੱਲ ਆ, ਜਿਹੜੇ ਸਾਰਿਆਂ ਦੀ ਲੋੜ ਪੈਣੀ ਆ, ਪਰ ਆਪਣੇ ਸਾਰੇ ਸੇਵਾਵਾਂ ਦੇ ਵਿੱਚ ਡਟੇ ਆ। ਪਰ ਆਪਣੇ ਜਿਹੜੇ ਇੱਥੇ ਸਹੂਲਤਾਂ ਦੀ ਲੋੜ ਆ ਜਿਹੜੀਆਂ ਸੰਗਤਾਂ ਨੂੰ, ਜਿਹੜੇ ਰੋਜ਼ ਨਹੀਂ ਉਹਨਾਂ ਨੂੰ ਅੰਗਰੇਜ਼ੀ ਆਉਂਦੀ ਹੋਵੇ ਜਾਂ ਕੁਛ ਇੱਦਾਂ ਚੀਜ਼ਾਂ ਜਿਹਦੇ ਵਿੱਚ ਅਸੀਂ ਸਟੈਪ ਇਨ ਕਰ ਸਕਦੇ ਹਾਂ, ਜਾਂ ਜਿਹੜੀਆਂ ਸਹੂਲਤਾਂ ਹੈਗੀਆਂ ਇੱਥੇ ਕੈਲੀਫੋਰਨੀਆ ਦੇ ਵਿੱਚ ਉਹ ਸੰਗਤ ਤੱਕ ਕਿੱਦਾਂ ਲਿਆ ਸਕਦੇ ਹਾਂ, ਇੱਧਰ ਨੂੰ ਹੁਣ ਧਿਆਨ ਮਾੜਾ ਜਿਹਾ ਦੇਣਾ ਪੈਣਾ ਸਾਨੂੰ। ਹਾਂਜੀ। ਸੋ ਆਉਂਦੇ ਤੁਹਾਡੇ ਹਫ਼ਤਿਆਂ ਦੇ ਕਿਹੜੇ ਪ੍ਰੋਗਰਾਮ ਆ ਰਹੇ ਆ, ਜੇ ਤੁਸੀਂ ਦੱਸਣਾ ਹੋਵੇ ਵੀ ਕਿਹੜੀਆਂ ਇਵੈਂਟਸ ਜਿਹੜੀਆਂ ਹੋ ਆ ਰਹੀਆਂ ਆ, ਚਾਹੇ ਉਹ ਨੌਜਵਾਨਾਂ ਦੇ ਲਈ ਆ, ਚਾਹੇ ਉਹਨਾਂ ਦੇ ਮਾਪਿਆਂ ਲਈ ਆ, ਬਜ਼ੁਰਗਾਂ ਲਈ ਆ, ਕੀ ਇਵੈਂਟਸ ਜਿਹੜੀਆਂ ਹੋਣੀਆਂ ਇਸ ਵੀਕ? ਜੀ ਸੋ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਇਦਾਂ ਵੱਖਰੇ ਜਿਹੜੇ ਏਰੀਏ ਆ ਉਹਨਾਂ ਦੇ ਬਾਰੇ ਦੱਸ ਦੂੰਗਾ ਤੁਹਾਨੂੰ। ਸੋ ਜੇ ਕਿਸੇ ਨੇ ਜਿਹੜੇ ਸੁਣ ਰਹੇ ਆ ਪੌਜ਼ ਕਰਨਾ ਹੋਵੇ ਜਾਂ ਉਦਾਂ ਰੋ ਕੇ ਦੇਖਣਾ ਹੋਵੇ ਵੀ ਹੋਣਗੇ ਤਾਂ ਤੁਸੀਂ ਵਾਚ ਵੀ ਕਰ ਸਕਦੇ ਆ ਦੁਬਾਰਾ ਨਾਲ। ਸੋ ਐਕਚੁਅਲੀ ਉਹ ਗੱਲ ਕਰਨ ਤੋਂ ਪਹਿਲਾਂ ਮੈਂ ਇੱਕ ਹੋਰ ਗੱਲ ਕਰਨੀ ਮੰਗਦਾ ਵੀ ਅਸੀਂ ਇਹ ਚੀਜ਼ ਜਿਹੜੀ ਕਰ ਰਹੇ ਆ, ਆਪਾਂ ਕੋਸ਼ਿਸ਼ ਕਰ ਰਹੇ ਆ ਵੀ ਇਹ ਚੱਲਦੇ ਰਵੇ ਸਾਡੇ ਬਾਅਦ ਚੋਂ ਵੀ ਹਨਾ। ਵੀ ਅਸੀਂ ਸਾਰੀ 200-300 ਸਾਲ ਹੀ ਤੇ ਜੀਣਾ ਨਹੀਂ ਕਿਸੇ ਨੇ ਹਨਾ। ਕਮਿਊਨਿਟੀ ਨੂੰ ਸੇਵਾਵਾਂ ਲੋੜ ਹੋਣੀ ਆ। ਸੋ ਇਸ ਕਰਕੇ ਆਪਾਂ ਇੱਕ ਇੰਸਟੀਟਿਊਸ਼ਨ ਬਣਾ ਰਹੇ ਆ, ਜਿੱਦਾਂ ਵੱਖਰੀਆਂ ਇੰਸਟੀਟਿਊਸ਼ਨਾਂ ਹੈਗੀਆਂ ਆਪਣੇ ਪੰਥ ਦੇ ਵਿੱਚ, ਕਮਿਊਨਿਟੀ ਦੇ ਵਿੱਚ। ਸੋ ਜਕਾਰਾ ਮੂਵਮੈਂਟ ਜਿਹੜੀ ਚੀਜ਼ ਤੁਹਾਨੂੰ ਲੋੜ ਆ ਜਕਾਰਾ ਕਰਨ ਦੀ, ਜਾਂ ਕਿਸੇ ਬਜ਼ੁਰਗ ਨੂੰ ਲੋੜ ਆ, ਜਾਂ ਯੂਥ ਨੂੰ ਲੋੜ ਆ, ਉਹ ਚੀਜ਼ ਬਣ ਸਕਦੇ ਆ ਆਪਾਂ ਹਨਾ। ਠੀਕ ਹੈ। ਆਪਾਂ ਇੱਕ ਰਾਹ ਹਲੇ ਪਤਾ ਨਹੀਂ, ਪਰ ਬਣਾ ਲਵਾਂਗੇ ਰਾਹ, ਪੁੱਲ ਦਾ ਕੰਮ ਕਰਨਾ ਹੈ। ਸੋ ਉਸ ਕਰਕੇ ਫਿਰ ਹੁਣ ਅਸੀਂ ਹਾਇਰ ਵੀ ਕਰ ਰਹੇ ਆ ਵੱਖਰੇ ਸ਼ਹਿਰਾਂ ਦੇ ਵਿੱਚ। ਠੀਕ ਹੈ। ਸੋ ਮੇਨ ਆਪਣੀਆਂ ਜੌਬਾਂ ਹੁਣ ਆ ਰਹੀਆਂ ਆ। ਇਹ ਮਤਲਬ ਕੋਈ ਪੇਡ ਜੌਬ ਆ? ਹਾਂਜੀ, ਨੇ ਪੇਡ ਜੌਬ ਤੇ ਹੈ ਹੀ, ਮਤਲਬ ਕੋਈ ਉਮਰ ਦਾ ਵੀ ਆ ਵੀ? ਹਾਂਜੀ, ਉਹ ਮੈਂ ਦੱਸ ਰਿਹਾ ਤੁਹਾਨੂੰ। ਠੀਕ ਹੈ। ਸੋ ਇੱਕ ਹੋਣੀ ਆ ਪੋਜੀਸ਼ਨ ਯੂਥ ਆਰਗੇਨਾਈਜ਼ਰ। ਠੀਕ ਹੈ। ਉਹਨਾਂ ਨੇ ਹੈਗਾ ਕੰਮ ਕਰਨਾ ਜਿਹੜੇ ਹਾਈ ਸਕੂਲ ਤੇ ਕਾਲਜਾਂ ਦੇ ਵਿੱਚ ਆਪਣੇ ਕਲੱਬ ਬਣੇ ਹੋਆ। ਸੋ ਉਹਦੇ ਲਈ ਤੁਹਾਨੂੰ ਇੰਗਲਿਸ਼ ਦੀ ਪਹੁੰਚ ਥੋੜੀ ਜ਼ਿਆਦਾ ਹੋਣੀ ਚਾਹੀਦੀ ਆ। ਠੀਕ ਹੈ। ਕੰਪਿਊਟਰ ਨਾਲ ਕੰਮ ਕਰਨਾ, ਉਹ ਚੀਜ਼ਾਂ ਦੀ ਲੋੜ ਹੋਣੀ ਚਾਹੀਦੀ ਚੰਗੀ ਤਰ੍ਹਾਂ ਹਨਾ। ਸੋ ਉਹ ਹੈਗੀਆਂ ਆ। ਇਹ ਟੈਂਪਰੇਰੀ ਜੌਬਸ ਨੇ? ਨਹੀਂ, ਇਹ ਫੁੱਲ ਟਾਈਮ ਜੌਬਾਂ ਹੋਣੀਆਂ ਜੀ। ਬੈਨੀਫਿਟ ਵੀ ਆ, ਮੈਡੀਕਲ ਵਿਜ਼ਨ, 401k, ਸਾਰਾ ਕੁਝ। ਮਤਲਬ ਪ੍ਰੋਪਰ ਆਪਾਂ ਆਰਗੇਨਾਈਜੇਸ਼ਨ ਬਣਾਈ ਹੋਆ ਹੈ ਨਾ, ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਹੋਰ ਵੀ ਚੱਲੀ ਜਾਊਗੀਆਂ ਸੇਵਾਵਾਂ ਇਹ। ਪਰ ਸੈਕਰਾਮੈਂਟੋ ਏਰੀਏ, ਯੂਬਾ ਸਿਟੀ ਏਰੀਏ, ਬੇ ਏਰੀਏ, 209 ਲੋਡਾਈ ਤੋਂ ਲੈ ਕੇ ਮਰਸੈਡ ਤੱਕ, ਟ੍ਰੇਸੀ, ਮੋਡੈਸਟੋ ਸੀਰੀਜ਼ ਏਰੀਆ, ਫ੍ਰੈਜ਼ਨੋ ਦੇ ਵਿੱਚ, ਤੇ ਕਰੰਟ ਕਾਉਂਟੀ ਬੇਕਰਸਫੀਲਡ ਏਰੀਆ, ਇਹ 5 ਮੇਨ ਇਲਾਕੇ ਆ। ਤੇ ਰਿਵਰ ਸਾਈਡ ਵਿੱਚ ਵੀ ਆਪਾਂ ਹੁਣ ਯੂਥ ਆਰਗੇਨਾਈਜ਼ਰ ਹਾਇਰ ਕਰਨੇ ਆ। ਤੇ
ਵੱਖਰੇ ਵੱਖਰੇ ਸ਼ਹਿਰਾਂ ਦੇ ਵਿੱਚ ਵੱਖਰੇ ਵੱਖਰੇ ਹੋਣੇ ਆ ਹਨਾ। ਜਿੱਦਾਂ ਹੁਣ ਬੇ ਏਰੀਆ ਆਪਾਂ ਪਾਲੀ 2-3 ਕਰੂੰਗੇ, ਇੱਧਰ 209 ਦੇ ਵਿੱਚ ਮੇਬੀ 1-2, ਸੈਕਰਾਮੈਂਟੋ ਦੇ ਵਿੱਚ 1। ਸੋ ਡਿਪੈਂਡ ਕਰਦਾ ਕਿੰਨੇ ਔੜੀ ਸੇਵਾਦਾਰ ਆਪਣੇ ਹੈਗੇ ਆ ਉੱਥੇ ਤੇ ਕਿੰਨੇ ਦੀ ਲੋੜ ਹੋਣੀ ਆ। ਤੇ ਦੂਸਰੀ ਜਿਹੜੀ ਜੌਬ ਹੋਣੀ ਆ ਉਹਦਾ ਨਾਂ ਹੈਗਾ ਪਾਵਰ ਆਰਗੇਨਾਈਜ਼ਰ। ਸੋ ਇਹ ਹੈਗੀ ਆ ਜਿਨ੍ਹਾਂ ਨੇ ਸੰਗਤਾਂ ਨਾਲ ਕੰਮ ਕਰਨਾ, ਜਿਹੜੇ ਕਾਲਜ ਤੋਂ ਬਾਹਰ ਆ। ਸੋ ਇਹਦੇ ਲਈ ਤੁਹਾਨੂੰ ਇੱਥੇ ਜਿਹੜੇ ਲੋਕਲ ਸਿਸਟਮ ਚੱਲਦੇ ਆ ਉਹਦਾ ਥੋੜੀ ਬਹੁਤੀ ਜਾਣਕਾਰੀ ਹੋਣੀ ਚਾਹੀਦੀ ਆ। ਸਿਟੀ ਕਾਉਂਸਲ ਹੋ ਗਏ, ਚੀਜ਼ਾਂ ਇਦਾਂ ਹਨਾ। ਪੰਜਾਬੀ ਦੀ ਬੋਲਣੀ, ਲਿਖਣੀ, ਪੜ੍ਹਨੀ ਉਹਦੀ ਲੋੜ ਹੋਣੀ ਆ। ਸੋ ਜਿਹੜੀ ਯੂਥ ਆਰਗੇਨਾਈਜ਼ਰ ਜੌਬ ਆ ਉਹ ਥੋੜੇ ਯੰਗਸਟਰਸ ਲਈ ਹੋਣੀ ਆ। ਜਿਹੜੀ ਪਾਵਰ ਆਰਗੇਨਾਈਜ਼ਰ ਜੌਬ ਆ ਇਹ ਥੋੜੇ ਆਪਣੇ ਜਿਹੜੇ ਮੇਬੀ 25-30 ਸਾਲ ਤੋਂ ਉੱਪਰ ਆ, ਜਿਹੜੇ ਉਹਨਾਂ ਲਈ ਇਹ ਆਪਾਂ ਕਰਨ ਸੋਚ ਰਹੇ ਆ। ਕਿਉਂਕਿ ਉਹ ਸੰਗਤ ਨਾਲ ਜਿੱਥੇ ਹੈਗੇ ਆ, ਸੰਗਤ ਭਾਵੇਂ ਗੁਰਦੁਆਰਿਆਂ 'ਚ ਹੋਣ, ਭਾਵੇਂ ਪਾਰਕਾਂ ਦੇ ਵਿੱਚ ਜਿਹੜੇ ਬੈਠੇ ਬਜ਼ੁਰਗ, ਭਾਵੇਂ ਪੇਰੈਂਟ ਟੀਚਰ ਕਾਉਂਸਲ ਹੁੰਦੇ ਜਿੱਦਾਂ ਹਨਾ, ਉਹਨਾਂ ਦੇ ਨਾਲ ਕੰਮ ਕਰਨਾ ਆ ਉਹ ਜੌਬ ਨੇ। ਸੋ ਉਹਦੇ ਵਿੱਚ ਤੁਹਾਨੂੰ ਅੰਗਰੇਜ਼ੀ ਪੰਜਾਬੀ ਦੋਨੋਂ ਹੀ ਚੀਜ਼ਾਂ, ਦੋਨਾਂ ਦੀ ਚੀਜ਼, ਹਾਂਜੀ। ਪਰ ਇਹਦੇ ਲਈ ਦੋਨੀ ਜੌਬਾਂ ਲਈ ਮੇਨ ਚੀਜ਼ ਇਹ ਆ ਵੀ ਤੁਹਾਡੇ ਅੰਦਰ ਕੋਈ ਖਿੱਚ ਹੋਣੀ ਚਾਹੀਦੀ ਆ ਵੀ ਆਪਾਂ ਪੰਥ ਲਈ ਸੇਵਾ ਦੀ ਹਨਾ। ਬਾਕੀ ਆਪਾਂ ਚੀਜ਼ਾਂ ਸਿਖਾ ਲਵਾਂਗੇ, ਪਰ ਪਹਿਲੀ ਚੀਜ਼ ਇਹ ਜਿਹੜੀ ਚੀਜ਼ ਅਸੀਂ ਨਹੀਂ ਸਿਖਾ ਸਕਦੇ, ਉਹ ਖਿੱਚ ਜਿਹੜੀ ਹੈਗੀ ਆ ਉਹ ਅੰਦਰੋਂ ਪੈਦਾ ਹੋਣੀ, ਆਵਾਜ਼ ਅੰਦਰੋਂ ਹੋਣੀ ਚਾਹੀਦੀ ਆ। ਹਾਂਜੀ ਬਿਲਕੁਲ ਜੀ, ਬਿਲਕੁਲ ਠੀਕ ਆ। ਸੋ ਇਹ ਮੇਨ ਚੀਜ਼ਾਂ ਜਿਹੜੀਆਂ ਹੁਣ ਜੌਬਸ ਜਿਹੜੀਆਂ ਹਾਂਜੀ। ਸੋ ਮੰਗਲਵਾਰ ਸ਼ਾਮ ਨੂੰ ਜ਼ੂਮ ਤੇ ਆਪਾਂ ਐਕਚੁਅਲੀ ਇੱਕ ਜੌਬ ਫੇਅਰ ਕਰਨਾ ਆ। ਓਕੇ। ਸੋ ਉਹਦੇ ਬਾਰੇ ਡੀਟੇਲ ਦੇ ਵਿੱਚ ਇਹ ਜੌਬਾਂ ਬਾਰੇ ਦੱਸਣਾ ਆ ਸੰਗਤਾਂ ਨੂੰ। ਸੋ ਜੇ ਕਿਸੇ ਇੰਟਰਸਟ ਆ ਕਿੱਥੋਂ ਲੈ ਸਕਦੇ ਆ? ਉਹ ਜੀ ਜ਼ੂਮ ਲਿੰਕ ਸਿੱਧੀ ਹੈਗੀ ਆ jakarta.org/jobzoom। ਓਕੇ। jobzoom ਬਹੁਤ ਸੌਖਾ ਆ ਚਿੱਤੇ ਰੱਖਣਾ। ਸ਼ਾਮ ਨੂੰ 6 ਵਜੇ ਮੰਗਲਵਾਰ ਆ, ਜਿਹੜਾ ਆਉਣ ਵਾਲਾ ਮੰਗਲਵਾਰ। ਸੋ ਇਹ ਮੇਨ ਜਿਹੜਾ ਹੈਗਾ ਪ੍ਰੋਗਰਾਮ ਆ ਰਿਹਾ। ਤੇ ਹੋਰ ਜਿਹੜੇ ਹੁਣ ਮੈਂ ਵੱਖਰੇ ਵੱਖਰੇ ਇਲਾਕਿਆਂ ਦੇ ਹਿਸਾਬ ਨਾਲ ਤੁਹਾਨੂੰ ਦੱਸ ਦੂੰਗਾ ਜੀ। ਸੋ ਸੈਕਰਾਮੈਂਟੋ ਏਰੀਆ ਦਾ ਵਿੱਚ ਇਹ ਤੁਹਾਡੀਆਂ ਲਈ ਆ, ਜਿਹੜੇ ਸੈਕਰਾਮੈਂਟੋ ਤੋਂ ਆਪਣੇ ਸਰੋਤੇ ਆ। ਐਸ ਸ਼ੁੱਕਰਵਾਰ ਅਸੀਂ ਮੈਂਟਲ ਹੈਲਥ ਕਾਨਫਰੰਸ ਕਰ ਰਹੇ ਹਾਂ ਯੂਬਾ ਕਾਲਜ ਤੇ। ਕਿੰਨੇ ਵਜੇ? ਇਹ ਹੋਣੀ ਆ ਜੀ 9 ਤੋਂ 2 ਵਜੇ। ਇਹ ਹੈਗੇ ਸਿਰਫ ਹਾਈ ਸਕੂਲ ਸਟੂਡੈਂਟਸ ਲਈ ਆ ਇਹ। ਠੀਕ ਆ। ਤੇ ਫਰਾਈਡੇ ਸ਼ਾਮ ਨੂੰ 28 ਤਰੀਕ ਆ ਦੋਨੀ ਪ੍ਰੋਗਰਾਮ ਇਹ। ਠੀਕ ਹੈ। ਫਰਾਈਡੇ ਸ਼ਾਮ ਨੂੰ UC ਡੇਵਿਸ 5:30 ਬਸੰਤ ਕੀਰਤਨ ਦਰਬਾਰ ਹੋਣਾ ਡਾਕਟਰ ਗੁਰਨਾਮ ਸਿੰਘ ਹੋਣਾ ਦੇ ਨਾਲ। ਤੇ ਇੱਥੇ ਜਿਹੜੇ ਉੱਥੇ ਡੇਵਿਸ ਸਟੂਡੈਂਟਸ ਆ, 6 ਸਟੂਡੈਂਟਸ ਆ, ਉਹ ਆਰਗੇਨਾਈਜ਼ ਕਰ ਰਹੇ ਆ। ਸੋ ਇਹ ਸਾਰਿਆਂ ਲਈ ਓਪਨ ਆ, ਸਾਰੇ ਜਣੇ ਆ ਸਕਦੇ ਆ। 5:30 ਸ਼ਾਮ ਨੂੰ ਫਰਾਈਡੇ 28 ਤਰੀਕ UC ਡੇਵਿਸ ਇੰਟਰਨੈਸ਼ਨਲ ਸੈਂਟਰ ਆ ਉਹ ਥਾਂ ਦਾ ਨਾਂ। ਤੇ ਸਾਰੇ ਜਿਹੜੇ ਜੌਬ ਇਵੈਂਟ ਵਗੈਰਾ ਹੈਗੇ ਜਿਹੜੇ ਮਿਸ ਕਰ ਗਏ, ਤੁਸੀਂ jakarta.org/events ਤੇ ਜਾ ਕੇ ਦੇਖ ਸਕਦੇ ਆ। ਉੱਥੇ ਆਪਾਂ ਇਹ ਪਾਇਓ ਆ ਸਾਰੇ। ਠੀਕ ਹੈ ਜੀ। ਅਗਲਾ ਹੈਗਾ ਬੇ ਏਰੀਆ। ਬੇ ਏਰੀਆ ਐਸ ਸੈਚਰਡੇ ਮਾਰਚ 1 ਸੈਨੋਜ਼ੇ ਮਿਊਰਲ ਪੇਂਟਿੰਗ ਹੋਣੀ ਆ ਸਿਟੀ ਆਫ ਸੈਨੋਜ਼ੇ ਦੇ ਨਾਲ ਕੋਲੈਬੋਰੇਸ਼ਨ। ਅੱਛਾ। ਇਹ ਹੋਣੀ ਆ ਚੇਚੀ ਐਵਨਿਊ ਤੇ ਇਹ ਜੇ ਕੋਈ ਹੋਰ ਜਾਣਕਾਰੀ ਹੋਊਗੀ ਚਾਹੀਦੀ ਆ, ਤੁਸੀਂ ragini@jakarta.org ਤੇ ਈਮੇਲ ਕਰ ਸਕਦੇ ਆ। ਲਾਈਵ ਮਿਊਰਲ ਪੇਂਟ ਹੋਣਾ ਹੈ। ਹਾਂਜੀ RAGINI। ਸੋ ਸਾਰੇ ਜਿਹੜੇ ਰਹਿੰਦੇ ਆ ਉਧਰ ਏਰੀਆ ਦੇ ਵਿੱਚ ਉਹ ਹੈਲਪ ਕਰ ਸਕਦੇ ਆ। ਕਿਹੜੇ ਪਾਸੇ ਹੈਗਾ ਤੁਸੀਂ ਦੱਸਿਆ? ਇਹ CHIECHI ਐਵਨਿਊ। ਓਕੇ। ਚੀਚੀ ਐਵਨਿਊ। ਮਾਰਚ 13 ਵੀਰਵਾਰ ਸਿਲੀਕਾਨ ਵੈਲੀ ਗੁਰਦੁਆਰੇ ਵਾਸ਼ ਐਵਨਿਊ ਤੇ 6 ਤੋਂ 8:30 ਕੀਰਤਨ ਨਾਈਟ ਹੋਣੀ ਆ। ਜਿਹੜੇ ਕਾਲਜ ਸਟੂਡੈਂਟ ਆ ਉਹਨਾਂ ਨੇ ਕੀਰਤਨ ਨਾਈਟ ਰੱਖੀ ਹੋਆ ਪ੍ਰੋਗਰਾਮ ਉੱਥੇ। ਠੀਕ ਹੈ। ਹੁਣ ਆ ਗਏ ਆਪਾਂ ਜਿਹੜਾ 209 ਏਰੀਆ ਆ, ਲੋੜਾਈ ਤੋਂ ਮਰਸੈਡ ਤੱਕ ਟ੍ਰੇਸੀ ਏਰੀਆ, ਇਹ ਟ੍ਰਾਇੰਗਲ ਜਿਹੜਾ ਇੱਥੇ ਮਾਰਚ 8 ਨੂੰ ਸੈਚਰਡੇ ਸ਼ਨੀਚਰਵਾਰ ਨੂੰ 12 ਵਜੇ ਸਟੈਨਿਸਲਾਸ ਯੂਨੀਵਰਸਿਟੀ ਤੇ ਇੱਕ ਬੀਬੀਆਂ ਲਈ ਪ੍ਰੋਗਰਾਮ ਰੱਖਿਆ ਆ, ਕੌਰ ਕਨੈਕਟ। ਉਹ ਉੱਥੇ ਹੋਊਗਾ। ਮਾਰਚ 12 ਬੁੱਧਵਾਰ ਨੂੰ 5 ਵਜੇ ਸਿੱਖ ਹਿਸਟਰੀ ਡੇ ਕੰਪੀਟੀਸ਼ਨ ਹੋਣਾ ਮੈਂਟੀਕੇ। ਉੱਥੇ ਜਿਹੜਾ ਹੌਲੀਡੇ ਇਨ ਹੋਟਲ ਆ ਉਹਦੇ ਕਾਨਫਰੰਸ ਰੂਮ ਹੋਣਾ ਜੀ 177 ਉਹਦਾ ਹੈਗਾ। ਪਰ ਅਗੇਨ ਤੁਸੀਂ ਵੈਬਸਾਈਟ ਤੇ ਜਾ ਕੇ ਦੇਖ ਸਕਦੇ ਹੋ jakarta.org/events। ਹਾਂਜੀ। ਇਹ ਹੈਗਾ ਆ ਮਾਰਚ 12 ਬੁੱਧਵਾਰ ਸ਼ਾਮ ਨੂੰ 5 ਵਜੇ। ਤੇ ਹੋਰ 209 ਇਵੈਂਟ ਹੈਗਾ ਆ ਮਾਰਚ 24 B ਸਟਰੀਟ ਗੁਰਦੁਆਰਾ ਲਿਵਿੰਗਸਟਨ 4 ਤੋਂ 8 ਵਜੇ ਫ੍ਰੀ ਟੈਕਸ ਸਰਵਿਸ ਪ੍ਰੈਪ ਹੋਣੀ ਆ। ਸੋ ਜੇ ਤੁਸੀਂ 67,000 ਤੋਂ ਘੱਟ ਪੈਸੇ ਤੁਹਾਡੀ ਆਮਦਨ ਆ ਇੱਕ ਜਣੇ ਦੀ, ਜਾਂ ਜਿਹੜੇ ਕਪਲਸ ਆ ਮੈਰਿਡ 120 ਲੱਖ ਤੋਂ ਘੱਟ ਆ ਤੁਹਾਡੀ, ਅਸੀਂ ਤੁਹਾਡੇ ਲਈ ਟੈਕਸ ਫ੍ਰੀ ਭਰ ਦੂੰਗੇ। ਠੀਕ ਆ। ਇਹ ਸਾਡੀ ਪਾਰਟਨਰਸ਼ਿਪ ਹੈਗੀ ਵਿਦ IRS ਐਂਡ ਇਹ ਕਿੱਥੇ ਆ? ਪਹਿਲਾ ਇਵੈਂਟ ਕਿੱਥੇ? ਸੋ ਪਹਿਲਾ ਹੈਗਾ 3 ਇਵੈਂਟ ਹੋਣੇ ਇਹ ਹੈਗਾ ਜਿਹੜਾ ਲਿਵਿੰਗਸਟਨ ਦੇ ਵਿੱਚ ਆ। ਲਿਵਿੰਗਸਟਨ ਮਾਰਚ 24 ਗੁਰਦੁਆਰੇ ਮੰਡੇ ਆ ਸੋਮਵਾਰ। ਬੀਚ ਕੇ B ਸਟਰੀਟ ਗੁਰਦੁਆਰਾ B ਸਟਰੀਟ ਗੁਰੂ ਨਾਨਕ ਸਿੱਖ ਮਿਸ਼ਨ ਆ ਗੁਰਦੁਆਰੇ ਦਾ ਨਾਮ। ਠੀਕ ਆ। B ਸਟਰੀਟ ਆ। ਹਾਂਜੀ। ਕਿੰਨੇ ਤੋਂ ਕਿੰਨੇ? 4 ਤੋਂ 8। ਸੋ ਜੇ ਕਿਸੇ ਨੇ ਟੈਕਸ ਭਰਾਉਣਾ ਅਪਾਇੰਟਮੈਂਟ ਦੀ ਲੋੜ ਨਹੀਂ, ਤੁਸੀਂ ਬਸ ਆਪਣੇ ਪੇਪਰ ਲੈ ਕੇ ਆ ਜਿਓ। ਤੁਹਾਡੇ W2 ਫਾਰਮ ਹੋ ਗਈ, ਤੁਹਾਡੇ ਹੈਲਥ ਇੰਸ਼ੋਰੈਂਸ ਫਾਰਮ ਹੋ ਗਈ,
ਇਦਾਂ ਬੈਂਕ ਇੰਟਰਸਟ ਫੋਨ ਵਗੈਰਾ ਜਿਹੜਾ ਹੁੰਦਾ। ਜੀ, ਜੇ ਤੁਹਾਡੇ ਬਿਜ਼ਨਸ ਵਗੈਰਾ ਹੈਗੇ ਆ ਉਹ ਅਸੀਂ ਨਹੀਂ ਭਰ ਸਕਦੇ, ਇਹ ਸਿਰਫ ਸਿੰਪਲ W2 ਟੈਕਸ ਪ੍ਰੈਪ ਆ। ਠੀਕ ਹੈ ਸੋ ਜਿਹੜਿਆਂ ਦੇ ਜੌਬ ਕਰਦੇ ਨੇ W2 ਤੇ ਸੋ ਕਈਆਂ ਨੂੰ ਜਿਹਨਾਂ ਨੂੰ $150-200 ਬਾਜੂਗਾ ਉਹਨਾਂ ਦਾ ਕਾਈਂਡ ਆਫ ਇੱਕ ਹੈਲਪ ਹੋ ਜਾਂਦੀ ਸੰਗਤ ਦੀ। ਮਹਿੰਗਾ ਹੀ ਹੈ ਜੀ ਸਾਰਾ। ਬਿਲਕੁਲ ਜੀ ਸੋ ਇਹ ਹੈਗਾ 209 ਏਰੀਆ ਦੇ ਵਿੱਚ। ਤੇ ਆਖਰੀ ਫ੍ਰੈਜ਼ਨੋ ਏਰੀਆ ਦੇ ਵਿੱਚ ਸੋਮਵਾਰ ਮਾਰਚ 10 6 ਤੋਂ 8 ਮਿਸਲ ਮੀਟਿੰਗ ਹੋਊਗੀ ਪਾਰਸੀਵ ਸੈਂਟਰ ਤੇ। ਠੀਕ ਹੈ। ਸੈਚਰਡੇ ਸਨਿਚਰਵਾਰ ਮਾਰਚ 22 9 ਤੋਂ 4। ਸੋ ਮਾਰਚ 22 ਐਂਡ 23 ਟੈਕਸ ਪ੍ਰੈਪ ਸਰਵਿਸ ਹੋਣੀ ਆ। ਠੀਕ ਹੈ। ਸੋ ਜੇ ਕਿਸੇ ਟੈਕਸ ਭਰਾਉਣਾ ਸੈਂਟਰ ਚ ਨਹੀਂ ਗੁਰਦੁਆਰਾ ਸਾਹਿਬ ਆ। ਸੈਚਰਡੇ ਮਾਰਚ 22 ਹੁਣੀ ਸਿੰਘ ਸਭਾ ਗੁਰਦੁਆਰਾ ਸਿੱਖ ਇੰਸਟੀਚਿਊਟ 99 ਸਵੇਰੇ 9 ਵਜੇ ਤੋਂ ਸ਼ਾਮ ਨੂੰ 4 ਵਜੇ ਤੱਕ ਫ੍ਰੈਜ਼ਨੋ ਦੇ ਵਿੱਚ। ਫ੍ਰੈਜ਼ਨੋ ਸਨਿਚਰਵਾਰ ਮਾਰਚ 22। ਠੀਕ ਤੇ ਫਿਰ ਐਤਵਾਰ ਮਾਰਚ 23 ਨੂੰ ਸੈਲਮਾ ਗੁਰਦੁਆਰਾ ਪੈਸੀਫਿਕ ਕੋਸਟ ਜਿਹੜਾ ਹਾਈਲੈਂਡ ਜਿੱਥੇ ਨਗਰ ਕੀਰਤਨ ਹੁੰਦਾ। ਹਾਂਜੀ ਉਹ 9 ਵਜੇ ਤੋਂ 4 ਵਜੇ ਸੇਮ ਟਾਈਮ। ਠੀਕ ਹੈ। 22 ਤਰੀਕ ਨੂੰ ਫ੍ਰੈਜ਼ਨੋ ਦੇ ਵਿੱਚ ਸਿੰਘ ਸਭਾ ਸਿੱਖ ਇੰਸਟੀਚਿਊਟ ਤੇ 23 ਤਰੀਕ ਨੂੰ ਸੈਲਮਾ ਗੁਰਦੁਆਰਾ ਪੈਸੀਫਿਕ ਕੋਸਟ ਹਾਈਲੈਂਡ 9 ਤੋਂ 4 ਦੋਨੋਂ। ਸੋ ਇਹ ਜੇ ਤੁਸੀਂ W2 ਸਿੰਪਲ ਟੈਕਸ ਹੈਗਾ ਤੁਹਾਡਾ, ਜੌਬ ਕਰਦੇ ਆ ਤੁਸੀਂ ਆ ਕੇ ਆਪਣਾ ਟੈਕਸ ਭਰਾ ਸਕਦੇ ਆ। 60000 ਇੰਡੀਵਿਜੂਅਲ ਲਈ, ਸਿੰਗਲ ਦੇ ਲਈ 60000 ਤੇ ਹਾਊਸ ਹੋਲਡ ਵਾਲੇ ਆ ਜਿਹੜੇ ਮੈਰਿਡ ਵਾਲੇ ਆ ਤੇ ਉਹ $1,20,000 ਤੱਕ ਦੇ। ਐਂਡ ਇਹ ਸਾਡੀਆਂ ਆਬਵੀਅਸਲੀ ਰੂਲ ਨਹੀਂ ਹੈਗੇ, ਇਹ ਤਾਂ ਜਿਹੜਾ ਤੁਹਾਡੀ ਪਾਰਟਨਰਸ਼ਿਪ ਆ ਰਿਹਾ ਨਾਲ ਉਹ ਉਹਨਾਂ ਦਾ ਹੈਗਾ। ਕਿਸੇ ਦੀ ਵੀ ਹੈਲਪ ਹੋ ਜਾਵੇ ਬਿਲਕੁਲ ਜੀ ਬੈਟਰ ਆ। ਸੋ ਆਪਣੇ ਡਾਕੂਮੈਂਟ ਵਗੈਰਾ ਇਕੱਠੇ ਕਰ ਲਓ, ਟੈਕਸ ਸੀਜ਼ਨ ਸਾਰਿਆਂ ਨੂੰ ਪਤਾ ਹੈ ਉਹ ਚੱਲ ਹੀ ਰਿਹਾ ਆ। ਸੋ ਥੈਂਕ ਯੂ ਮਨਦੀਪ ਸਿੰਘ, ਬੜੀ ਮਿਹਰਬਾਨੀ, ਤੁਸੀਂ ਇਹ ਜਾਣਕਾਰੀਆਂ ਜਿਹੜੀਆਂ ਸਾਂਝੀਆਂ ਕੀਤੀਆਂ। ਮਿਲਦੇ ਹਾਂ ਫਿਰ ਆਪਾਂ ਅਗਲੀ ਵਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।